क्योंकि जिंदा खुदा है तू मेरा, जिंदा खुदा है तू मेरा, क्योंकि जिंदा खुदा है तू मेरा, जिंदा खुदा है तू मेरा। अपने हाथों को उठा के थैंक्स करें, सिर्फ धन्यवाद करें, उसका सिर्फ धन्यवाद करें। थैंक यू जीसस बोलते हुए सिर्फ उसका थैंक्स करें। कह परमेश्वर मैं थैंक्स करता हूं हर एक सिचुएशन के लिए, हर एक जो भी परिस्थिति मेरे जीवन में थी उसके लिए मैं थैंक्स करता हूं। और होली स्पिरिट कह रहे जयवंत जीवन आप जीने जा रहे यीशु मसीह के सामर्थी नाम में। मैं क्या जयवंत जीवन आप जीने जा रहे यीशु मसीह के सामर्थी नाम में। सब जन बैठ जाएंगे। स्वागत करते हैं परमेश्वर की पवित्र हजूरी में, जहां से आप सेम वापस नहीं जाएंगे यीशु मसीह के सामर्थी नाम में। ਅੱਜ ਦੀ ਜਿਹੜੀ ਅੱਜ ਦਾ ਜਿਹੜਾ ਚਰਚ ਤੁਹਾਡਾ ਆਣਾ ਆਮ ਨਹੀਂ ਆ, ਅੱਜ ਦਾ ਆਮ ਨਹੀਂ ਆ। ਤੁਹਾਡੇ ਲੈਵਲ ਚੇਂਜ ਹੋ ਰਹੇ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਔਰ ਇੱਕ ਲੰਬੀ ਪਵਿੱਤਰ ਆਤਮਾ ਜਦ ਵਰਸ਼ਿਪ ਕਰ ਰਹੇ ਤਾਂ ਹੋਲੀ ਸਪਿਰਿਟ ਨੇ ਮੈਨੂੰ ਇੱਕ ਵਿਜ਼ਨ ਦਿੱਤਾ, ਇੱਕ ਵਿਜ਼ਨ ਦਿੱਤਾ। ਬਹੁਤ ਸਾਰੀਆਂ ਜੰਗਾਂ ਤੁਸੀਂ ਬੜੀ ਦੇਰ ਤੋਂ ਲੜ ਰਹੇ ਸੀ, ਹਰ ਸਾਲ ਉਹੀ ਪ੍ਰੋਬਲਮ, ਹਰ ਸਾਲ ਉਹੀ ਪ੍ਰੋਬਲਮ, ਹਰ ਸਾਲ ਉਹੀ ਪ੍ਰੋਬਲਮ। ਨੈਕਸਟ ਈਅਰ ਨਹੀਂ ਹੋਏਗੀ। ਅੱਜ ਉਹ ਖਤਮ ਹੋਇਆ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਮੈਂ ਕਿਹਾ ਨੈਕਸਟ ਈਅਰ ਨਹੀਂ ਹੋਏਗੀ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਅੱਜ ਦੀ ਵਰਸ਼ਿਪ ਇੱਕ ਖਾਸ ਸੀ, ਖਾਸ ਵਰਸ਼ਿਪ। ਪਰਮੇਸ਼ਰ ਦੇ ਆਤਮਾ ਨੇ ਮੇਰੀ ਸਪਿਰਿਟ ਨੂੰ ਖੋਲਿਆ। ਫਗਵਾੜੇ ਦੇ ਨਾਲ ਲੱਗਦੇ 200 ਪਿੰਡਾਂ ਤੇ ਪਵਿੱਤਰ ਆਤਮਾ ਦੀ ਫਾਇਰ ਉਤਰ ਚੁੱਕੀ ਆ। ਤੁਸੀਂ ਦੇਖੋਗੇ 200 ਪਿੰਡਾਂ ਤੋਂ ਲੋਕ ਇਸ ਚਰਚ 'ਚ ਖਿੱਚੇ ਚਲੇ ਆਉਣਗੇ ਯਿਸੂ ਮਸੀਹ ਦੇ ਸਾਮਰਥੀ ਨਾਮ 'ਚ। ਔਰ ਸਾਈਨ ਕੀ ਹੋਏਗਾ? ਇਸ ਏਰੀਏ 'ਚ ਜਿੰਨੇ ਤੰਤਰ ਮੰਤਰ ਕਰਨ ਵਾਲੇ, ਜਾਦੂ ਟੂਣਾ ਕਰਨ ਵਾਲੇ ਲੋਕ, ਪਿਛਲੀ ਵਾਰੀ ਬਿਮਾਰ ਹੋਏ ਸੀ, ਇਸ ਵਾਰੀ ਬਿਮਾਰ ਨਹੀਂ, ਡੈਡ ਹੋਣ ਜਾ ਰਹੇ ਯਿਸੂ ਮਸੀਹ ਦੇ ਸਾਮਰਥੀ ਨਾਮ 'ਚ। ਮੈਂ 2 ਵਾਰੀ ਹੋਲੀ ਸਪਿਰਿਟ ਤੋਂ ਪੁੱਛਿਆ ਕਿ ਪਵਿੱਤਰ ਆਤਮਾ ਜੀ ਇਹ ਰਾਈਟ ਆ? ਹੋਲੀ ਸਪਿਰਿਟ ਕਹਿੰਦੇ ਯੈਸ, ਇਹ ਰਾਈਟ ਆ। ਉਹਨਾਂ ਲੋਕਾਂ ਦੀਆਂ ਤੁਸੀਂ ਖਬਰਾਂ ਸੁਣੋਗੇ ਜਿਨ੍ਹਾਂ ਨੇ ਹਰ ਸਾਲ ਤੁਹਾਡੇ ਤੇ ਵਾਰ-ਵਾਰ ਇਹਨਾਂ ਮਹੀਨਿਆਂ 'ਚ ਜਾਦੂ ਟੂਣਾ ਕਰ ਕਰਕੇ ਚਰਚਾਂ ਨੂੰ ਨਹੀਂ ਵਧਣ ਦਿੱਤਾ, ਫਗਵਾੜੇ ਦਿਆਂ ਨੂੰ ਲੋਕਾਂ ਦੀ ਗਰੋਥ ਨਹੀਂ ਹੋਣ ਦਿੱਤੀ। ਪਰ ਤੁਸੀਂ ਦੇਖੋਗੇ ਅੱਜ ਤੋਂ, ਐਸੇ ਟਾਈਮ ਤੋਂ, ਆ ਜਿਹੜਾ ਟਾਈਮ ਇਸ ਤੋਂ ਬਾਅਦ ਹੀ ਹੁਣੇ ਪਵਿੱਤਰ ਆਤਮਾ ਦੀ ਫਾਇਰ ਉਹਨਾਂ ਤੰਤਰ ਮੰਤਰ ਤੇ ਜਾਦੂ ਟੂਣੇ ਤੇ ਆ ਚੁੱਕੀ ਆ। ਤੁਸੀਂ ਉਹਨਾਂ ਦੀ ਮੌਤ ਦੀ ਖਬਰ ਸੁਣੋਗੇ ਯਿਸੂ ਮਸੀਹ ਦੇ ਸਾਮਰਥੀ ਨਾਮ 'ਚ। ਇਹ ਪਰਮੇਸ਼ਰ ਦੀ ਮਰਜ਼ੀ ਆ। ਮੈਂ ਕੋਈ ਕਿਸੇ ਦੇ ਖਿਲਾਫ ਨਹੀਂ, ਪਰ ਇਹ ਖੁਦਾ ਦੀ ਮਰਜ਼ੀ ਆ। ਕਈ ਸਾਲਾਂ ਤੋਂ ਮੈਂ ਤੁਹਾਨੂੰ ਦੱਸ ਸਕਦਾ, ਕਈ ਲੋਕ ਤੁਹਾਡੇ ਵਿੱਚ ਹੀ ਇਸ ਜਗ੍ਹਾ ਤੇ ਬੈਠੇ ਆ ਜਿਹੜੇ 20 ਸਾਲ ਤੋਂ ਐਸੇ ਰੈਪੀਟੀਸ਼ਨ 'ਚ, ਆਹ ਸਾਲ ਆਇਆ, ਆਹ ਮਹੀਨੇ ਆਇਆ ਪ੍ਰੋਬਲਮ, 20 ਸਾਲਾਂ ਤੋਂ ਕਈਆਂ ਨੂੰ ਪ੍ਰੋਬਲਮ, ਕਈਆਂ ਨੂੰ 15 ਤੋਂ, ਕਈਆਂ ਨੂੰ 13 ਤੋਂ, ਕਈਆਂ ਨੂੰ 6 ਸਾਲ ਤੋਂ ਪ੍ਰੋਬਲਮ, ਕਈਆਂ ਨੂੰ 3 ਸਾਲ ਤੋਂ ਉਹੀ ਪ੍ਰੋਬਲਮ, ਉਹੀ ਸੇਮ ਰਿਪੀਟ ਹੋ ਰਹੀ, ਸੇਮ ਰਿਪੀਟ। ਬਟ ਡੋਂਟ ਵੈਰੀ, ਅੱਜ ਹੀ ਉਹ ਖਤਮ ਹੈ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਮੈਂ ਕਿਹਾ ਖਤਮ ਹੈ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਥੈਂਕਸ ਕਰੋ ਪਰਮੇਸ਼ਰ ਦਾ ਉਸ ਗ੍ਰੇਸ ਲਈ, ਉਸ ਦਇਆ ਲਈ ਜੋ ਤੁਹਾਡੇ ਜੀਵਨ ਤੇ, ਮੇਰੇ ਜੀਵਨ ਤੇ, ਇਸ ਚਰਚ ਤੇ, ਇਸ ਏਰੀਏ ਤੇ ਕੀਤੀ ਪਰਮੇਸ਼ਰ ਨੇ। ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਜਦ ਇਹ ਚਰਚ ਸ਼ੁਰੂ ਹੋਇਆ, ਮੈਂ ਔਰ ਮੇਰੀ ਟੀਮ ਨੇ ਲਗਾਤਾਰ ਫਗਵਾੜੇ ਦੇ ਨਾਲ ਲੱਗਦੇ 200 ਪਿੰਡਾਂ ਔਰ ਫਗਵਾੜੇ ਲਈ ਲਗਾਤਾਰ ਅਸੀਂ ਪ੍ਰਾਰਥਨਾ ਕੀਤੀ। ਔਰ ਪਰਮੇਸ਼ਰ ਆਪਣੇ ਤਰੀਕੇ ਦੇ ਨਾਲ ਕੰਮ ਕਰਦਾ। ਸਾਡੀਆਂ ਪ੍ਰਾਰਥਨਾਵਾਂ, ਸਾਡੇ ਅਥਰੂ ਕਦੀ ਵੇਸਟ ਨਹੀਂ ਜਾਂਦੇ, ਕਦੀ ਵਿਅਰਥ ਨਹੀਂ ਜਾਂਦੇ। ਔਰ ਪਰਮੇਸ਼ਰ ਇੱਕ ਸਮੇਂ ਦੇ ਹਿਸਾਬ ਨਾਲ ਉਹਨਾਂ ਦਾ ਜਵਾਬ ਦਿੰਦਾ।
तो तुसीं देखोगे आज 200 पिंडां च बिग रिवाइवल होएगा यीशु मसीह दे सामर्थी नाम विच। और तुसीं जिहड़े बड़ी देर तो प्रभु च चल रहे हो, तुहाडी डैसटनी ब्लॉक करदा सी डैवल किसे ना किसे तरीके नाल, तुसीं दौड़न वाले हो। मैं क्या दौड़ूंगे तुहानूं ठेडा नहीं लगेगा यीशु मसीह दे सामर्थी नाम विच। किन्ने जने इन्हां गल्लां ते बिलीव कर रहे हैं? जे तुसीं बिलीव कर रहे हो तो फिर रिसीव भी कर रहे हैं यीशु मसीह दे सामर्थी नाम विच। जब मैं प्रार्थना कर रहा सी तो मैं तद तक प्रार्थना तो नहीं उठदा, ना उठना चाहना जद तक परमेश्वर मेरे नाल गल ना करे। और मैं सवेर दा ही कमरे सी, प्रभु मैनू वर्ड दे, वर्ड दे, वर्ड दे, वर्ड दे, वर्ड दे। तो जरूरी नहीं हुंदा परमेश्वर तुहाडे नाल बहुत लंबी गल करे। परमेश्वर पवित्र आत्मा द्वारा दिता गया एक ही शब्द तुहाडी जिंदगी लई सफिशिएंट हुंदा, काफी हुंदा। जब सुलेमान नूं परमेश्वर ने राजा बनाया, सुलेमान ने उहदे कोल सिर्फ बुद्धि मंगी, विजडम। उसे बुद्धि दे नाल वो इन्ना महान राजा होया, इन्ना वैल्थी राजा बन होया, इन्ना अमीर राजा होया कि शायद इस इजराइल की हिस्टरी च अजे तक भी शायद नहीं होया होगा, शायद नहीं होया होगा। एक ही वर्ड, उन्हें बुद्धि मंगी। ते अज मैनू परमेश्वर दे आत्मा ने क्या, जाके जिन्ने लोग ऑनलाइन देख रहे और जिन्ने लोग इस मीटिंग च आए हैं, अज तो तुहाडी जिंदगी च एक ग्रेस आ चुकी और आएगी वचन तो बाद भी, कि तुसी अपनी जिंदगी च संसेर हो जाओगे। संसेरिटी तुहाडे जीवन च आ रही। संसेरिटी का मतलब संजीदगी। बहुत सारे लोगों को शायद इस वर्ड की समझ नहीं आई। संजीदगी का की मतलब? परमेश्वर का रूल है कि जद तक तुसी किसी काम प्रति या कोई भी तुहाडी जिंदगी तुहाडा बिजनेस आ, तुहाडी जॉब आ, तुहाडा घर आ, तुहाडा परिवार आ, तुहाडा चर्च आ, तुहाडी आत्मक लाइफ आ, कुछ भी है तुहाडी लाइफ च, उठना बैठना चलना सौना जागना खाना पीना एवरीथिंग 24 आवर्स, जद तक तुसी ओदे प्रति सिंसेयर नहीं हुंदे, संजीदगी नहीं तुहाडे जीवन च, ओनू तुसी सही तरीके दे नाल ओदे प्रति अवेयर नहीं, तद तक वो चीज बिगड़ी रहेगी। जब तुसी ओदे प्रति सिंसेयर हो जाओगे, तुसी ओदे प्रति संजीदगी तुहाडे हो जाएगी, तुसी उस चीज नूं हल्के नहीं लाओगे, वो चीज तुहाडे जीवन च वधिया हो जाएगी और ग्रोथ वाली हो जाएगी। बहुत सारे लोग जिहड़े चर्च भी जा रहे, जद के आम लोकां नालों, आम लोगों को की आ कलाकारियां, और चर्च जाने वाले को की आ, उन्होंने को परमेश्वर का जीवित कलाम, पवित्र आत्मा की हेल्प। पर फिर भी चर्च जिहड़े जाने वाले लोगों के जीवन च वो ग्रोथ नहीं आ, उन्होंने जिंदगियां च चर्चां च वो ग्रोथ नहीं है जिहड़ी होनी चाहिए। क्यों? क्योंकि उन्होंने जीवन च मैनूं पवित्र आत्मा ने कहा सिंसेरिटी नहीं है, संजीदगी नहीं है, केयरलैस आ। और बाइबल च लिखा सुस्ती ते लापरवाही तुहाडे जीवन च जद तक रहेगी तद तक तुसी ग्रोथ नहीं कर सकते। तुसी ग्रोथ नहीं कर सकते जब तक तुसी सिंसेयर नहीं आ अपनी आत्मक लाइफ के प्रति, अपनी फैमिली लाइफ के प्रति, अपने चर्च के प्रति, अपने उधार के प्रति, तद तक तुहाडी ग्रोथ नहीं हो सकती, तद तक नहीं ग्रोथ। और शैतान की सब तो वड्डी चाल आ कि तुहाडी जिंदगी च तुहानूं केयरलैस करना, केयरलैस करना। लोगों को पूछो शुक्रवार चर्च नहीं आए, उन्होंने को एक बहाना, बड़ा वधिया लॉजिकफुल बहाना, ऐतवार चर्च नहीं आए एक बहाना। क्यों? क्योंकि वो परमेश्वर की हजूरी के प्रति सिंसेयर नहीं है, संजीदगी उन्होंने जीवन च है नहीं। वो फिर की करनगे? वो जो समस्या आएगी फिर वो परमेश्वर वाल नूं आउणगे। तो तुहानूं पता
केयरलैस लोगों की परमेश्वर नहीं सुनता, केयरलैस लोगों की नहीं सुनता। इसे करके मैं ऐतवार नूं भी तुहानूं कहा सी, परमेश्वर की हजूरी के प्रति सिंसेयर हो। एक ऐतवार तुहानूं मैं कहा सी, पुछो परमेश्वर तो कि असीं कित्थे चर्च जाइए, असीं ऑनलाइन देखिए कि जां चर्च विच जाइए, तो किहड़े चर्च जाइए, उहदे लई फास्ट रखो, उहदे लई फास्ट रखो। तो जिहड़े लोग आत्मक खुराक के प्रति सिंसेयर आ, उही आत्मक तौर पर स्ट्रोंग होणगे। तो जिहड़े आत्मक तौर पर स्ट्रोंग होणगे, उही इस धरती ते भी अपनी जिंदगी नूं सवारनगे और स्वर्ग विच भी जाणगे, स्वर्ग विच भी जाणगे। किन्ने जणिਆਂ ਨੂੰ गल मेरी समझ आ रही? और जिन्ने लोग इस जगह ते आए आ और जिन्ने सुस्त लोग लाइव देख रहे आ, वो फर्क तो पेगा ही, फर्क तो पेगा। जे तुसीं जानबूझ के लोकल बैठे तो फोन ते टेढ़े होकर रजाई ते बैठे, फर्क तो पऊगा ही, क्योंकि हर चीज का प्राइज आ, मुल आ, मुल मुल, हर चीज का प्राइज तुहानूं पे करना पैंदा। तो जे तुसी प्राइज पे करने लई तैयार नहीं, उहदा मुल पे करने लई तैयार नहीं, तुसी अंधेरे विच हनेरे तो डरदे आ, तुसी रात नूं डरदे आ, इहदा मतलब तुहाडे अंदर डर दा आत्मा काम करदा पिया, डर दे स्पिरिट ने तुहानूं काबू कीता। ते दो चीज़ां, एक दिल विच दो चीज़ां नहीं आ सकदियां, जां तां तुहाडे दिल च डर दा आत्मा रहेगा, तो जां होली स्पिरिट रहेगा, जां होली स्पिरिट रहेगा। तो जे तुसीं डरपोक अपने घरां च ही बैठे आ, पवित्र आत्मा नहीं तुहाडे जीवन च, नो। एक्टिंग जिन्नी मर्जी कर लो तुसीं, पवित्र आत्मा नहीं है, क्योंकि होली स्पिरिट तुहानूं कदी भी चैन नाल, जे तुहाडे शहर विच एक आत्मक चर्च आ, पवित्र आत्मा द्वारा चर्च आ, और उत्थे परमेश्वर की प्रैजेंस आ, होली स्पिरिट की प्रैजेंस आ, ते कदी भी पवित्र आत्मा ये अलाउ नहीं करेगा कि तुसीं घर बैठो, नो, हो नहीं सकता। जिस पवित्र आत्मा ने चर्च शुक्रवार नूं रात नूं चलवारिया, वो किद्दां तुहानूं कह सकदा कि तू घरे बह जा, कोई गल नहीं कह सकदा पवित्र आत्मा? उच्ची बोलो, उच्ची बोलो, वो कह सकदा। पवित्र आत्मा अपने वर्ड दी, अपने कीते डिसीजन दे विरोध च हो सकदा? नहीं हो सकदा, नहीं हो सकदा, क्योंकि पवित्र आत्मा का परपज आ हर चर्च के प्रति, जिहड़ा आत्मक चर्च उन्हें खलवाया, उहदा परपज आ, उत्थों दे लोकां दा परपज आ। जे तुसीं कहो कि मेरे नाल पवित्र आत्मा गल करदा, मैनूं दर्शन हुंदे, मैनूं आऊं हुंदा, ते चर्च प्रति उहदी हजूरी दे प्रति तुसीं अवेयर नहीं हो, तो फिर होली स्पिरिट वालों नहीं हो, और फिर एक विच क्राफ्ट स्पिरिट आ जिहड़ी तुहानूं दर्शन दवा रही, वो विच क्राफ्ट स्पिरिट आ। एवें अपने आप नूं धोखा ना दो, मैनूं बहुत मैं आत्मा च भरदा, मैं जदों चर्च जाना मेरियां लत्तां बावां, ਉਹ शैतान ही तुहानूं बेवकूफ बनाई जा रहा। कदी भी पवित्र आत्मा तुहानूं रहन नहीं देगा। मैनूं अज भी याद है, जब मैं जलंधर चर्च जांदा सी, मेरा छोटा बेटा ठीक नहीं सी, शायद साल दा सी जां साल तो, मैनूं घरों मेरी वाइफ ने फोन किया कि ठीक नहीं है बेटा। मैं उस दिन भी बेटे वाल नूं नहीं गया, मैं चर्च नूं गया, मैं आदी हजूरी नूं गया। क्यों? परमेश्वर तुहानूं रह नहीं देने देगा। मीह जाए, नेरी जाए, तूफान जाए, कुछ भी जाए, परमेश्वर तुहानूं इदां दा करूगा कि तू चल नहीं। मैनूं याद सारियां ठंड च हथ ठर जाने, बाहर नहीं निकलने, असी चर्च च, पानी मीह पैंदा होना ठंड च, बूट भिजे, सारा कुछ, असी चर्च च, क्योंकि
ਪਵਿੱਤਰ ਆਤਮਾ ਤੁਹਾਨੂੰ ਕਾਇਲ ਕਰੇਗਾ। ਮੈਂ ਉੱਥੇ ਇੱਕ ਦਾਸ ਖੜਾ ਕੀਤਾ, ਉਹਨੇ ਟੈਂਟ ਲਾਇਆ, ਉੱਥੇ ਆਉਂਗੇ ਤਾਂ ਤੂੰ ਕਿੱਥੇ ਚੱਲਾਂ, ਘਰ ਕਿੱਦਾਂ ਚੱਲਾਂ, ਕਦੀ ਨਹੀਂ ਜਾਣ ਦੇਗਾ। ਮੇਰਾ ਘਰ 14 ਕਿਲੋਮੀਟਰ ਦੂਰ ਸੀ, 14 ਕਿਲੋਮੀਟਰ ਦੂਰ, ਫਿਰ ਵੀ ਮੈਂ ਜਾਣਾ ਰਾਤ ਨੂੰ ਹਨੇਰੇ ਕੱਲੇ। ਕਿਉਂ? ਕਿਉਂਕਿ ਹੋਲੀ ਸਪਿਰਿਟ ਨੇ ਜੇ ਉਹ ਚਰਚ ਜੇ ਖਲਵਾਇਆ ਤੇ ਹੋਲੀ ਸਪਿਰਿਟ ਤੇ ਕਿੱਦਾਂ ਤੁਹਾਨੂੰ ਰਹਿਣ ਦੇਣਗੇ? ਕਦੀ ਵੀ ਨਹੀਂ ਰਹਿਣ ਦੇਣਗੇ। ਤੇ ਲੋਕ ਇੱਥੇ ਆ ਕੇ ਮੇਰੇ ਨਾਲ ਗੱਲਾਂ ਕਰਨਗੇ ਬੜੀਆਂ, ਐਦਾਂ ਜੀ ਓਦਾਂ। ਰੌਂਗ ਆ ਤੁਸੀਂ, ਤੁਹਾਨੂੰ ਪਛਤਾਤਾਪ ਦੀ ਜ਼ਰੂਰਤ ਆ, ਮਨ ਫਰਾਉਣ ਦੀ ਜ਼ਰੂਰਤ ਆ। ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ। ਕਿੰਨੇ ਜਣਿਆਂ ਨੂੰ ਗੱਲ ਮੇਰੀ ਸਮਝ ਆ ਰਹੀ? ਜਿੰਨੇ ਤੁਸੀਂ ਹਨੇਰੇ 'ਚ ਠੰਡ 'ਚ ਬੈਠੇ ਆ, ਬਾਈਬਲ 'ਚ ਲਿਖਿਆ ਧਰਮੀ ਦੀਆਂ ਅੱਖਾਂ, ਪਰਮੇਸ਼ਰ ਦੀਆਂ ਅੱਖਾਂ ਧਰਮੀਆਂ ਤੇ ਲੱਗੀਆਂ, ਔਰ ਉਹਦੀ ਅੱਖ ਤੁਹਾਨੂੰ ਇੱਥੇ ਲੈ ਕੇ ਆਈ, ਔਰ ਉਹਦੀ ਨਜ਼ਰ 'ਚ ਤੁਹਾਡਾ ਗ੍ਰੇਟ ਰਿਵਾਰਡ ਹੈ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਮੈਂ ਕਿਹਾ ਗ੍ਰੇਟ ਰਿਵਾਰਡ ਹੈ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਆਪਣੇ ਹੱਥਾਂ ਨੂੰ ਉਠਾਓ, ਬੋਲੋ ਪਰਮੇਸ਼ਰ ਅੱਜ ਮੈਂ ਤੇਰੀ ਗ੍ਰੇਸ ਦੇ ਨਾਲ ਮੈਂ ਆਪਣੀ ਜ਼ਿੰਦਗੀ ਦੇ ਹਰ ਏਰੀਏ ਲਈ ਸਿੰਸੀਅਰ ਹੋ ਸਕਾਂ, ਸੰਜੀਦਗ ਹੋ ਸਕਾਂ, ਕੇਅਰਫੁਲ ਹੋ ਸਕਾਂ। ਮੰਗੋ ਉਸ ਗ੍ਰੇਸ ਨੂੰ, ਮੰਗੋ। ਮੇਰੇ ਨਾਲ ਖੋਲਾਂਗੇ ਯਾਕੂਬ ਦੀ ਪੱਤਰੀ, ਉਹਦੀ 3 ਦੀ 9 ਤੋਂ 12 तक मैं ही पढ़ूंगा। इसी से हम प्रभु और पिता की स्तुति करते हैं और इसी से मनुष्यों को जो परमेश्वर के स्वरूप में उत्पन्न किए हुए हैं शाप देते हैं। एक ही मुंह से धन्यवाद और शाप दोनों निकलते हैं। हे मेरे भाइयों, ऐसा नहीं होना चाहिए। क्या सोते के एक ही मुंह से मीठा और खारा जल दोनों निकलता है? हे मेरे भाइयों, क्या अंजीर के पेड़ में जैतून या दाख की लता में अंजीर लग सकते हैं? वैसे ही खारे सोते से मीठा पानी नहीं निकल सकता। सब बोलो आमीन। बोलो परमेश्वर आज दा वचन मेरे हार्ट विच बीजा जाए और कोई भी अंधकार की ताकत इनू चुरा ना सके। निरा इस वचन नू मैं सुनने वाला नहीं बल्कि समझण वाला और इस उत्ते चलण वाला और दूसरों के नाल साझा करने वाला बना। यीशु मसीह के सामर्थी नाम च मंगते हैं। बोलो आज तो मैं सिंसेयर होवांगा अपनी आत्मक लाइफ के प्रति, परमेश्वर की पवित्र हजूरी के प्रति, क्योंकि वो ग्रेस और बुद्धि का आत्मा मेरे जीवन में आ चुका। यीशु मसीह के सामर्थी नाम च मंगते हैं। बाइबल च लिखा नीति वचन च सबसे अधिक अपने मन की रक्षा कर, क्योंकि जीवन का स्रोत है। बाइबल लिखे सब तो ज्यादा अपने हार्ट ते कंट्रोल कर, क्योंकि जीवन का स्रोत आ, जीवन ਇਹਦੇ ਵਿੱਚੋਂ ਨਿਕਲਦਾ। बाइबल च मैं ਤੁਹਾਡੇ ਲਈ ਪੜਿਆ ਕਿ ਇੱਕ ਮੂੰਹ ਚੋਂ ਤੁਸੀਂ ਧੰਨਵਾਦ ਕਰਦੇ ਆ, ਇੱਕ ਮੂੰਹ ਚੋਂ ਤੁਸੀਂ ਸ਼ਰਾਪ ਦਿੰਦੇ ਆ। ਕਹਿੰਦਾ ਇੱਕ ਸੋਮੇ ਚੋਂ 2 ਤਰ੍ਹਾਂ ਦਾ ਪਾਣੀ ਨਹੀਂ ਨਿਕਲ ਸਕਦਾ, ਮਿੱਠਾ ਔਰ ਕੌੜਾ। ਤੇ ਇੱਕ ਦਰਖਤ ਨੂੰ 2 ਤਰ੍ਹਾਂ ਦੇ ਫਲ ਨਹੀਂ ਲੱਗ ਸਕਦੇ। ਜੇ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਚ ਆ ਰਹੇ ਹੋ, ਜੇ ਤੁਸੀਂ ਪ੍ਰਭੂ ਨੂੰ ਜਾਣਦੇ ਆ, ਔਰ ਜੇ ਤੁਸੀਂ ਆਪਣੇ ਹਾਰਟ ਤੇ ਕੰਟਰੋਲ ਨਹੀਂ ਕਰ ਰਹੇ, ਤੇ ਤੁਹਾਨੂੰ ਅੱਛਾ ਜੀਵਨ ਨਹੀਂ ਮਿਲ ਸਕਦਾ। 3 ਚੀਜ਼ਾਂ ਤੁਹਾਡੀ ਜ਼ਿੰਦਗੀ ਵਿੱਚ ਪਰਮੇਸ਼ਰ ਵਿੱਚ ਗਰੋਥ ਲੈ ਕੇ ਆਉਂਦੀਆਂ, ਤੇ ਜਦੋਂ ਤੁਸੀਂ 3 ਚੀਜ਼ਾਂ ਤੇ ਕੰਟਰੋਲ ਨਹੀਂ ਕਰਦੇ,
ਤੁਹਾਡੀ ਗਰੋਥ ਜਿਹੜੀ ਆ ਪ੍ਰਭੂ ਵਿੱਚ ਉਹ ਖਤਮ ਹੁੰਦੀ। बाइबल में लिखा सबसे अधिक अपने मन की रक्षा कर। क्यों लिखा कि सबसे अधिक मन की रक्षा? कहता जीवन ये चो निकलदा, क्योंकि हर एक गल जो ताड़ी जीभ ते आउंदी आ पहला ताड़े हार्ट विच आउंदी। प्रभु यीशु मसीह ने कहा हर एक जो ताड़े हार्ट विच गल हुंदी आ ओही ताड़े जीभ च आउंदी। और जदों तुसीं हार्ट नूं कंट्रोल करोगे ताड़ी जीभ भी कंट्रोल च रहेगी, ताड़ी जीभ भी कंट्रोल च रहेगी। ते हार्ट च किहड़ी गल हुंदी जिहड़ी तुसीं वेखदे हो। इसे करके तुहानूं सब तो पहला अपनी अखां ते कंट्रोल करना पैंदा, और फिर हार्ट ते कंट्रोल करना पैंदा, फिर अपनी जीभ ते कंट्रोल करना पैंदा। बाइबल च लिखिया अयूब परमेश्वर दा चुनिया होया जन सी। ਉਹ पूरी दुनिया च ਉਹ ब्लैस सी, अमीर सी, हर तरह की क्वालिटी सी। क्यों? क्योंकि उन्हें अपन अखां दे नाल एक वाचा बन्नी सी, उन्हें वाचा बन्नी सी। मेरे नाल खोलांगे अयूब की किताब ओदी 31 ओदी फर्स्ट पहली आयत लिखा मैंने अपनी आंखों के साथ वाचा बांधी है, फिर मैं किसी कुंवारी पर कैसे आंखें लगाऊं। और ओदी 9 च लिखा यदि मेरा हृदय किसी स्त्री पर मोहित हो गया हो और मैं अपने पड़ोसी के द्वार पर गात में बैठा हूं, तो मेरी स्त्री दूसरे के लिए पीसे और पराये पुरुष उसको भ्रष्ट करे। कहता मैं अपनी अखां ना वाचा बन्नी हूं कि मैं अपनी अखां ना पराई स्त्री नूं नहीं देखूंगा, किसी कुंवारी औरत नूं नहीं देखूंगा। क्यों? क्योंकि कहता मैं जानदा कि जिद्दां मैं किसी ना करूंगा उदां ही मेरे नाल होऊगा। ओदी 31:9 च लिखिया कहता जे मैं पराए किसी अपने गवांडी दी जिहड़ी घर वाली आ उहदे ते बुरी नजर रखूं, ते कहता कोई फिर मेरी ते रखूगा। इसे करके कहता कोई मेरी स्त्री को भ्रष्ट करेगा। तो कहता इसे करके मैं वाचा बन्नी आ अपनी अखां ना कि मैं किसी भी पराई औरत नूं नहीं देखूंगा, क्योंकि वह जानता सी कि जे मैं अखां ना माड़ा नहीं देखूंगा तो मेरे हार्ट विच भी माड़ा नहीं आएगा, तो जे मेरे हार्ट विच माड़ा नहीं आएगा तो मेरे मूँह ते भी माड़ा नहीं आएगा, मेरे मूँह तो भी माड़ा नहीं आएगा। इसे करके पवित्र बाइबल च लिखिया जे ताड़ी अख निर्मल आ तो ताड़ा सारा शरीर निर्मल आ। शरीर निर्मल होने का की मतलब ताड़ा शरीर तंदुरुस्त आ। शरीर तंदुरुस्त किदां रहेगा जो तुसीं अच्छा खाने अच्छा पाउने हर चीज। ते इसे करके अयूब नूं पता सी ते जे मैं चाहुंदा कि मैं प्रभु दे पिछे चलदा पिया तो मैनूं अपनी अखां दी रक्षा करनी पेगी। तो जो मैं अपनी अखां दी रक्षा करूंगा तो मेरे हार्ट दी रक्षा होएगी, तो जो मेरे हार्ट दी रक्षा होएगी तो फिर मेरे मूँह दी भी रक्षा होएगी। क्योंकि एक हार्ट विच दो चीज़ां नहीं रह सकदियां, जां तो पवित्र आत्मा रह सकदा जां शैतान दा आत्मा रह सकदा, जां शैतान दा आत्मा रह सकदा। जी कोई प्रचारक जां कोई पास्टर जां कोई विश्वासी अपने हार्ट ते कंट्रोल नहीं करता पिया, अपनी अखां ते कंट्रोल नहीं करता पिया, तो गल करता पिया मैं पवित्र आत्मा दी, ये नहीं हो सकता, ये नहीं हो सकता। जे तुसीं चाहुंदे आ तुहाडे जीवन च होली स्पिरिट रहे तो तुहानूं शुरुआत कित्थों करनी पैनी है? अपनी अखां तो। इहदे नाल वाचा बननी पैनी कि मैं जे तुसी कोई लड़की आ जां तुसी वाचा बननी पैनी कि मैं किसी पराए मर्द नूं नहीं देखूं। तुहानूं वाचा बननी पैनी है जिद्दां अयूब ने बनी, क्योंकि जदों तुसी किसी चीज़ की वाचा बन दिंदे आ ते ओह चीज़ तुहाडे कंट्रोल च आ जांदी है, तुसी उहदे नाल कमिटमेंट कर दिंदे। और बाइबल च लिखिया अयूब ब्लैस सीगा अपने पैसे च, अपनी फैमिली च, अपनी हर चीज़ विच, बिजनेस विच ब्लैस सीगा। क्यों? क्योंकि वह जानता सी कि मैं पवित्र आत्मा नूं अपने हार्ट च रखना, मैं पवित्र आत्मा नूं हार्ट च रखना। तो वह जानता सी कि जिहड़ी चीज़ मैं अपने मूँह चों बोलूंगा और रिवर्स मेरी जिंदगी च आएगी, मेरी जिंदगी च आएगी।
ਇਸੇ ਕਰਕੇ ਇਸ ਕਾਨੂੰਨ ਨੂੰ ਜਾਣਦਾ ਸੀ ਕਿ ਮੈਂ ਕਿਸੇ ਦੀ ਔਰਤ ਨੂੰ ਦੇਖੂੰਗਾ ਤਾਂ ਕੋਈ ਮੇਰੀ ਔਰਤ ਨੂੰ ਵੀ ਦੇਖੇਗਾ। ਜੇ ਮੈਂ ਕਿਸੇ ਦੀ ਔਰਤ ਨਾਲ ਮਾੜਾ ਕਰੂੰਗਾ ਤਾਂ ਕੋਈ ਮੇਰੀ ਔਰਤ ਨਾਲ ਵੀ ਮਾੜਾ ਕਰੇਗਾ। ਇਸੇ ਕਰਕੇ ਉਹ ਆਪਣੀਆਂ ਅੱਖਾਂ ਨਾਲ ਉਹਨੇ ਵਾਚਾ ਬੰਨੀ ਸੀ। ਇਸੇ ਕਰਕੇ ਮੈਂ ਤੁਹਾਨੂੰ ਅੱਜ ਜਦੋਂ ਮੈਨੂੰ ਪਰਮੇਸ਼ਰ ਨੇ ਕਿਹਾ ਕਿ ਅੱਜ ਜਿਹੜੇ ਤੇਰੇ ਲੋਕ ਹੈ ਤੇਰੇ ਚਰਚ ਦੇ, ਜਾਂ ਉਹ ਲੋਕ ਸਿੰਸੀਅਰ ਹੋਣਗੇ ਆਪਣੀ ਜ਼ਿੰਦਗੀ ਦੇ ਹਰ ਏਰੀਏ ਪ੍ਰਤੀ, ਤੇ ਜਿਸ ਬੰਦੇ ਨੂੰ ਵੀ ਪਰਮੇਸ਼ਰ ਨੇ ਆਸ਼ੀਸ਼ਿਤ ਕਰਨਾ ਹੁੰਦਾ, ਉੱਚਾ ਕਰਨਾ ਹੁੰਦਾ, ਵਧਾਉਣਾ ਹੁੰਦਾ, ਪਰਮੇਸ਼ਰ ਉਹਨੂੰ ਆਪਣੇ ਵਚਨ ਦੇ ਨਾਲ ਸਿੰਸੀਅਰ ਕਰਦਾ। ਸਭ ਤੋਂ ਪਹਿਲਾਂ ਸਿੰਸੀਅਰਿਟੀ ਦਿੰਦਾ। ਔਰ ਅੱਜ ਜਿੰਨੇ ਇਸ ਵਚਨ ਨੂੰ ਸੁਣ ਰਹੇ ਆ, ਸਿੰਸੀਅਰਿਟੀ ਦੀ ਗ੍ਰੇਸ ਤੁਹਾਡੇ ਜੀਵਨ ਤੇ ਆ ਰਹੀ ਹੈ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਬਾਈਬਲ 'ਚ ਲਿਖਿਆ ਤੁਸੀਂ ਇੱਕ ਹੀ ਮੂੰਹ ਚੋਂ ਦੂਸਰੇ ਨੂੰ ਗਾਲਾਂ ਕੱਢ ਸਕਦੇ, ਗਾਲਾਂ ਨਹੀਂ ਕੱਢ ਸਕਦੇ, ਔਰ ਇੱਕ ਹੀ ਮੂੰਹ ਚੋਂ ਤੁਸੀਂ ਪਰਮੇਸ਼ਰ ਦਾ ਧੰਨਵਾਦ ਨਹੀਂ ਕਰ ਸਕਦੇ। ਨੋ, ਇਹ ਨਹੀਂ ਹੋ ਸਕਦਾ ਵੀ ਇੱਕ ਹੀ ਮੂੰਹ ਚੋਂ ਤੁਸੀਂ ਪਰਮੇਸ਼ਰ ਦਾ ਧੰਨਵਾਦ ਕਰੋ ਔਰ ਗਾਲਾਂ ਵੀ ਕੱਢੋ। ਗਾਲਾਂ ਵੀ ਕੱਢੋ ਆਪਣੇ ਹਸਬੈਂਡ ਨੂੰ, ਆਪਣੀ ਵਾਈਫ ਨੂੰ, ਆਪਣੇ ਨਿਆਣਿਆਂ ਨੂੰ। ਜਿਹੜੀ ਚੀਜ਼ ਤੁਸੀਂ ਮੂੰਹ ਚੋਂ ਕੱਢਦੇ ਪਏ ਆ ਉਹ ਚੀਜ਼ ਜੀਵਤ ਹੁੰਦੀ ਪਈ, ਔਰ ਸ਼ੈਤਾਨ ਉਹਦਾ ਇਸਤੇਮਾਲ ਕਰਦਾ ਪਿਆ। ਸ਼ੈਤਾਨ ਉਹਦਾ ਇਸਤੇਮਾਲ ਕਰਦਾ ਪਿਆ। ਤੇ ਜਿਹੜੀ ਚੀਜ਼ ਤੁਹਾਡੇ ਹਾਰਟ 'ਚ ਹੋਏਗੀ ਉਹੀ ਚੀਜ਼ ਤੁਹਾਡੇ ਮੂੰਹ 'ਚ ਹੋਏਗੀ, ਉਹੀ ਚੀਜ਼ ਤੁਹਾਡੇ ਮੂੰਹ 'ਚ ਹੋਏਗੀ। ਇਸੇ ਕਰਕੇ पवित्र बाइबल च लिखा सबसे अधिक अपने हार्ट की, अपने मन की रक्षा कर, क्योंकि जीवन का ये मूल स्रोत है। जीवन इथों निकलना, ताड़ा बाहरों नहीं निकलना। क्यों तानू चर्च विच बुलाया जांदा? क्योंकि तानू वो सीक्रेट दसन लई, तानू सिर्फ ताड़ियां मार के नच के गा के नहीं बुलाया जाता भी आजो चर्च विच। कुछ लोग समझते उत्थे नच नुच के लेडीज आ जांदियां। नो, इत्थे तानू सिखाया जाता आत्मक ज्ञान और संसारक तौर ते तुसी किद्दां ग्रोथ करनी। हुणे तुसी सिस्टर दी गवाही सुनी, क्यों दे जीवन च सारा कुछ चेंज हो गया। सब तो पहला उहदी प्रेयर लाइफ चेंज हुई, उस तो बाद उहदा घर आशीषित होण लग पिया। इसे करके जिन्ने लोग जिन्हां ने तौबा कीती या बपतिस्मा लिया, यीशु मसीह दे पिछे चलदे पे, तुहानूं ज्ञान दी जरूरत आ, तुहानूं ज्ञान दी जरूरत आ। जो तुहाडे अंदर ज्ञान आ जाएगा तो फिर डोंट वैरी, ग्रोथ 100% आएगी यीशु मसीह के सामर्थी नाम में। और शैतान तुहानूं नाश नहीं कर पाएगा यीशु मसीह के सामर्थी नाम में। बाइबल च लिखा छुटकारे लई मूँह तो अंगीकार करना पैंदा और दिल तो विश्वास करना पैंदा। तुहाडा दिल आम लोकां लई भाएं जिहड़े विचार आ ਉਹ कोई मैटर नहीं करते। उन्होंने मन च विचार जिदा ने मर्जी चलो उन्होंने मैटर नहीं करते, पर जेडे मसीह लोग आ उन्होंने हार्ट की कंडीशन, उन्होंने विचारों की कंडीशन निर्धारित कर दी आ कि वो किन्नी उन्होंने जीवन च ग्रोथ। जे तुहाडे 24 घंटे तुहाडे हार्ट विच विचार चल रहे कि थैंक यू जीसस, थैंक यू जीसस, थैंक यू जीसस, तो फिर डोंट वैरी, उचाई तुहाडे जीवन का हिस्सा होएगी यीशु मसीह के सामर्थी नाम में। ते जे विचार चल रहे आ किसी के घर नूं देख के अपने घर का तुसीं कंपैरिजन कीता, इन्ने चिर हो गए चर्च जांदे नूं साडा तो कुछ होया ही नहीं। ते जे विचार ये चल रहे आ तो फिर तुहाडे मूँह चों भी उही निकल रहा, तो तुहाडा कुछ भी नहीं बनना। फिर तुहाडा कुछ भी नहीं बनना। फिर जिन्नी मर्जी बाइबल पढ़ी जाओ, जिन्ने मर्जी रोजे तुसीं रख रहे, जो कुछ मर्जी कर रहे। क्यों? क्योंकि तुसी अपने मुंह दे नाल ही अपने आप नूं श्रापित करता, अपने मुंह दे नाल ही अपने आप नूं श्रापित करता। तुसी कोसता, तो बाइबल च लिखा तुहाडे मुंह विच ही मृत्यु और जीवन है। तुसी अपनी आशीष नूं मौत देती आपे ही। परमेश्वर ने सोचा कि मैं गवांढियां नालों वधिया घर बनावां, पर तुहाडे अंदर शैतान ने विचार चलाते तुहाडे दिल च। ਉਹੀ ਵਿਚਾਰ ਚਲਦੇ 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 ਤੁਸੀਂ ਕੀ ਕੀਤਾ? ਘਰ ਗਏ, ਪਹਿਲਾਂ ਘਰ ਵਾਲੇ ਨਾਲ ਲੜੇ, ਫਿਰ ਨਿਆਣਿਆਂ ਨਾਲ ਲੜੇ, ਫਿਰ ਲੜਾਈ ਝਗੜਾ ਪਾ ਕੇ ਫਿਰ ਉਸੇ ਮੂੰਹ ਨਾਲ ਕਹਿਤਾ ਬੜਾ ਚਿਰ ਚਰਚ ਜਾਂਦੇ ਕੁਝ ਵੀ ਨਹੀਂ ਹੋਇਆ, ਪਾਸਟਰ ਤਾਂ ਹਰ ਵਾਰੀ ਇਹੀ ਸੁਣਾਉਂਦਾ।
ਇੱਕ ਜਲੰਧਰ ਚਰਚ ਜਾਂਦੇ ਸੀ, ਉੱਥੇ ਵੀ ਪਾਸਟਰ ਇਹੀ ਸੁਣਾਉਂਦਾ ਸੀ, ਉੱਥੇ ਵੀ ਕੁਝ ਨਹੀਂ ਹੋਇਆ, ਇੱਥੇ ਵੀ ਕੁਝ ਨਹੀਂ ਹੋਇਆ। ਪਾਸਟਰ ਦਾ ਕੰਮ ਸੁਣਾਉਣਾ ਵਾ। ਤੁਹਾਡੇ ਜੀਵਨ ਚੋਂ ਬਾਹਰ ਆਉਣਾ ਕਿੱਦਾਂ? ਜਦ ਤੱਕ ਤੁਹਾਡਾ ਹਾਰਟ ਤੁਹਾਡੇ ਕੰਟਰੋਲ 'ਚ ਨਹੀਂ। ਜਦ ਕਦੀ ਇਹ ਵਿਚਾਰ ਚੱਲਣ ਕਿ ਕੁਝ ਨਹੀਂ ਹੋਇਆ, ਰੁਕ ਕੇ 1 ਮਿੰਟ ਲਈ ਯਿਸੂ ਮਸੀਹ ਦਾ ਲਹੂ ਲਗਾਇਓ ਆਪਣੇ ਵਿਚਾਰਾਂ ਤੇ, ਔਰ ਉਹਨਾਂ ਵਿਚਾਰਾਂ ਦੀ ਮਾਫੀ ਮੰਗਿਓ, ਔਰ ਉਲਟਾ ਵਿਚਾਰ ਇਹ ਚਲਾਈਓ ਕਿ ਥੈਂਕ ਯੂ ਜੀਸਸ, ਮੇਰੇ ਲਈ ਸਾਰਾ ਕੁਝ ਤੂੰ ਕੀਤਾ ਹੋਇਆ। ਜਦ ਇਹ ਵਿਚਾਰ ਚੱਲਣਗੇ, ਫਿਰ ਮੂੰਹ ਚੋਂ ਵੀ ਬਾਹਰ ਆਉਣਗੇ, ਜੋ ਤੁਸੀਂ ਬੋਲੋਗੇ ਉਹੀ ਤੁਹਾਡੇ ਜੀਵਨ 'ਚ ਹੋਏਗਾ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਮੈਂ ਕਿਹਾ ਉਹੀ ਤੁਹਾਡੇ ਜੀਵਨ 'ਚ ਹੋਏਗਾ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਕਿੰਨੇ ਜਿਹਨਾਂ ਨੂੰ ਗੱਲ ਮੇਰੀ ਸਮਝ ਆ ਰਹੀ? ਕਿਉਂਕਿ ਤੁਹਾਡੇ ਮੂੰਹ ਵਿੱਚ ਜੀਵਨ, ਤੁਹਾਡੇ ਮੂੰਹ 'ਚ ਜੀਵਨ, ਔਰ ਸ਼ੈਤਾਨ ਨੂੰ ਪਤਾ ਕਿ ਤੁਹਾਡੀ ਆਸ਼ੀਸ਼ ਤੁਹਾਡੇ ਮੂੰਹ 'ਚ ਜਾਣ ਬੁੱਝ ਕੇ ਗਵਾਂਡੀਆਂ ਨੂੰ ਲੈ ਕੇ ਆਏਗਾ, ਜਾਣ ਬੁੱਝ ਕੇ ਲੈ ਕੇ ਆਏਗਾ ਤੁਹਾਡੇ ਘਰ 'ਚ, ਜਾਣ ਬੁੱਝ ਕੇ। ਲੋਕੀ ਆ ਕੇ ਕਹਿਣਗੇ ਇਹਨਾਂ ਨੇ ਮਾਮੇ ਨੇ ਇਟਲੀ 'ਚ ਸੀ, ਉਹਦੇ ਪੇਪਰ ਭਰੇ ਸੀ, ਮੁੰਡੇ ਦੇ ਪੇਪਰ ਨਿਕਲ ਆਏ। ਜਾਣ ਬੁੱਝ ਕੇ ਨਾ, ਜਾਣ ਬੁੱਝ ਕੇ ਤੁਹਾਡੇ ਹਾਰਟ ਵਿੱਚ ਚਾਹੇ ਤੁਸੀਂ ਨਿਰਾਸ਼ਾ ਆਏਗੀ, ਜਾਣ ਬੁੱਝ ਕੇ ਸ਼ੈਤਾਨ। ਔਰ ਇਹ 100% ਇਦਾਂ ਹੁੰਦਾ। ਤੁਸੀਂ ਚਰਚ ਜਾ ਰਹੇ ਆ, ਤੁਸੀਂ ਰਾਤ ਨੂੰ ਵੀ ਜਾ ਰਹੇ, ਦਿਨੇ ਵੀ ਜਾ ਰਹੇ, ਕਿਰਾਇਆ ਖਰਚ ਕੇ ਜਾ ਰਹੇ, ਸਾਰਾ ਕੁਝ ਕਰ ਰਹੇ, ਦਾਨ ਦਸਵੰਸ ਵੀ ਪਾ ਰਹੇ। ਹੁਣ ਸ਼ੈਤਾਨ ਚਾਹੁੰਦਾ ਇਹ ਤਾਂ ਵਚਨ ਤੇ ਖੜੇ ਹੋਇਆ, ਉਹਨੇ ਜਾਣ ਬੁੱਝ ਕੇ ਤੁਹਾਡੇ ਗਵਾਂਢੀਆਂ ਨੂੰ ਆਸ਼ੀਸ਼ਿਤ ਕਰਨਾ ਸ਼ੁਰੂ ਕਰ ਦੇਣਾ। ਉਹਨੇ ਆਸ਼ੀਸ਼ਿਤ ਕਰਨਾ ਸ਼ੁਰੂ ਕਰ ਦੇਣਾ। ਉਹ ਟਾਈਮ ਹੋਣਾ ਤੁਹਾਡੀ ਪ੍ਰੀਖਿਆ ਦਾ, ਉਹ ਟਾਈਮ ਹੋਣਾ ਤੁਹਾਡੀ ਪ੍ਰੀਖਿਆ ਦਾ, ਤੁਹਾਡੇ ਹਾਰਟ ਨੂੰ ਕੰਟਰੋਲ ਕਰਨ ਦਾ। ਉਸੇ ਵੇਲੇ ਜੇ ਤੁਹਾਡੇ ਮਨ 'ਚ ਵਿਚਾਰ ਚੱਲੇ, ਉਹਨੂੰ ਕਹੋ ਯਿਸੂ ਮਸੀਹ ਦੇ ਲਹੂ ਨਾਲ ਕੈਂਸਲ ਕਰ ਦੇਈ, ਮੈਂ ਜਾਣਦੀ ਹਾਂ ਔਰ ਮੈਂ ਜਾਣਦਾ ਹਾਂ ਕਿ ਮੇਰੇ ਲਈ ਕੈਨੇਡਾ ਜੇ ਬਾਕੀ ਹੈ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਨਿਰਾਸ਼ ਨਹੀਂ ਹੋਣਾ। ਤੁਹਾਡੀ ਆਸ਼ੀਸ਼, ਮੇਰੀ ਆਸ਼ੀਸ਼, ਤੁਹਾਡਾ ਵਧਣਾ, ਮੇਰਾ ਵਧਣਾ, ਹਰ ਮਸੀਹ ਦਾ ਵਧਣਾ ਉਹਦੇ ਹਾਰਟ ਤੇ ਡਿਪੈਂਡ ਕਰਦਾ, ਉਹਦੇ ਦਿਲ ਤੇ ਡਿਪੈਂਡ ਕਰਦਾ। ਕਿਉਂਕਿ ਹਰ ਚੀਜ਼ ਜੋ ਤੁਹਾਡੇ ਹਾਰਟ 'ਚ ਹੋਏਗੀ ਤੁਹਾਡੇ ਮੂੰਹ 'ਚ ਆਏਗੀ। ਤੇ ਚਮਤਕਾਰ ਕਦੋਂ ਹੁੰਦਾ? ਜਦੋਂ ਤੁਹਾਡਾ ਦਿਲ ਤੇ ਤੁਹਾਡਾ ਮੂੰਹ ਇੱਕ ਗੱਲ ਕਹੇ। ਤੁਹਾਡਾ ਦਿਲ ਤੇ ਤੁਹਾਡਾ ਮੂੰਹ ਇੱਕ ਗੱਲ ਕਹੇ। ਤੇ ਦਿਲ ਤੇ ਮੂੰਹ ਉਦੋਂ ਹੀ ਇੱਕ ਗੱਲ ਕਹੇਗਾ ਜਦੋਂ ਤੁਸੀਂ ਇਹਨੂੰ ਟ੍ਰੇਨਡ ਕਰ ਲੂਗੇ ਪਰਮੇਸ਼ਰ ਦੇ ਵਚਨ ਲਈ। ਪਰਮੇਸ਼ਰ ਦੇ ਵਚਨ ਲਈ ਯਿਸੂ ਮਸੀਹ ਨੇ ਅੱਖਾਂ ਨਹੀਂ ਬੰਦ ਕੀਤੀਆਂ ਕਿ ਸਵਰਗ 'ਚ ਬੈਠੇ ਕਿ ਮੇਰੇ ਲੋਕ ਮੇਰੇ ਪਿੱਛੇ ਚੱਲ ਰਹੇ ਆ ਤੇ ਇਹ ਉੱਥੇ ਦੀ ਉੱਥੇ ਹੈ। ਨੋ, ਤੁਹਾਨੂੰ ਮੈਂ ਪਹਿਲਾਂ ਵੀ ਕਈ ਵਾਰੀ ਦੱਸਿਆ ਕਿ ਧਰਤੀ ਨਾਲੋਂ ਵੱਧ ਕੇ ਸਵਰਗ ਦੇ ਰੂਲ ਔਰ ਨਰਕ ਦੇ ਰੂਲ ਆ। ਪਰਮੇਸ਼ਰ ਆਪਣੇ ਰੂਲ ਤੋਂ ਬਾਅਦ ਕੁਝ ਨਹੀਂ ਕਰ ਸਕਦਾ। ਉਹਨੇ ਆਪਣੇ ਵਚਨ 'ਚ ਲਿਖਾ ਦਿੱਤਾ ਕਿ ਜੇ ਤੂੰ ਜੀਵਨ ਚਾਹਨਾ ਚੰਗਾ ਤੇ ਆਪਣੇ ਹਾਰਟ ਦੀ ਰੱਖਿਆ ਕਰ, ਆਪਣੇ ਹਾਰਟ ਦੀ ਰੱਖਿਆ ਕਰ। ਇਸ ਹਾਰਟ ਵਿੱਚ ਕੂੜਾ ਨਾ ਜਮਾ ਹੋਣ ਦੇ, ਇਸ ਹਾਰਟ ਵਿੱਚ ਗਵਾਂਢੀਆਂ ਦੀਆਂ ਗੱਲਾਂ ਨੂੰ ਜਮਾ ਨਾ ਹੋਣ ਦੇ, ਇਸ ਹਾਰਟ ਵਿੱਚ ਕੜਵਾਹਟ ਨਾ ਹੋਣ ਦੇ ਜਮਾ, ਇਸ ਹਾਰਟ ਵਿੱਚ ਲੋਕਾਂ ਲਈ ਨਫ਼ਰਤ ਨਾ ਜਮਾ ਹੋਣ ਦੇ, ਇਸ ਹਾਰਟ ਵਿੱਚ ਲੋਕਾਂ ਨੂੰ ਮਤਲਬ ਲੋਕਾਂ ਲਈ ਬੁਰਾਈ ਨਾ ਜਮਾ ਹੋਣ ਦੇ, ਇਸ ਹਾਰਟ ਵਿੱਚ ਡਾਹ ਨਾ ਹੋਣ ਦੇ। ਇਸ ਹਾਰਟ ਨੂੰ ਖਾਲੀ ਰੱਖ ਮੇਰੇ ਪਵਿੱਤਰ ਆਤਮਾ ਲਈ ਤੇ ਮੇਰੇ ਵਚਨ ਲਈ। ਤੇ ਜਦੋਂ ਤੁਸੀਂ ਐਦਾਂ ਕਰੋਗੇ ਤੇ ਡੋਂਟ ਵੈਰੀ, ਬਾਈਬਲ 'ਚ ਲਿਖਿਆ ਉਹ ਧਰਮੀ ਦੀ ਲਾਲਸਾ ਪੂਰੀ ਕਰਦਾ, ਉਹਦੀ ਇੱਛਾ ਪੂਰੀ ਕਰਦਾ, ਤੇ ਤੁਹਾਡੀ ਇੱਛਾ ਪੂਰੀ ਹੋਏਗੀ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਕਿੱਦਾਂ ਤੁਹਾਡੀ ਇੱਛਾ ਰੁਕਦੀ ਆ? ਮੇਰੇ ਨਾਲ ਪੜਾਂਗੇ ਇੱਕ ਵਚਨ, ਯਾਕੂਬ ਦੀ ਪੱਤਰੀ ਉਹਦੀ 4 ਦੀ 2। कहता तुम लालसा रखते हो और तुम्हें मिलता नहीं, इसलिए तुम हत्या करते हो, तुम डाह करते हो, कुछ प्राप्त नहीं कर पाते, तो तुम झगड़ते और लड़ते हो, इसलिए नहीं कि मिलता के मांगते नहीं, तुम मांगते हो
मांगते हो पाते नहीं, इसलिए कि बुरी इच्छा से मांगते हो, ताकि अपने भोग विलास में उड़ा दो। हे व्यभिचारिणियों, क्या तुम नहीं जानती कि इस संसार से मित्रता करनी परमेश्वर से बैर है। बाइबल च लिखा तुसी प्रार्थना करते हो पर कोई आंसर नहीं आता, क्यों? पहला कारण तुसी हत्या करते हो, दूजा कारण तुसी डाह करते हो, तीजा कारण तुसी बुरी नीयत ना मंगते हो कि भोग विलास विच उड़ा दो, कि मौजां करिए। नो, परमेश्वर तुहानू क्यों ब्लैस करना चाहता? इसे करके कि तुसी खुद भी आशीषित होवो तो दूसरिਆਂ ਨੂੰ भी आशीषित कर सको। ਇਹ नहीं कि दूसरिਆਂ ਨੂੰ ਚੜਾਉਣ ਲਈ ਸਾਡੇ ਪਾਸਟਰ ਨੇ प्रार्थना की ਤੇ ਵੇਖਿਆ ਕੰਮ ਹੋ ਗਿਆ। नो नो, ਤੁਹਾਡੇ ਪਾਸਟਰ ਦੀ प्रार्थना नहीं कुछ भी होया, ਯीशु मसीह ਦੇ ਪ੍ਰੇਮ ਨਾਲ ਸਾਰਾ ਕੁਝ ਹੋਇਆ। ਤੇ ਯीशु मसीह ਨੇ ਕਿਉਂ ਤੁਹਾਡੇ ਨੂੰ ਆਸ਼ੀਸ਼ਿਤ ਕੀਤਾ? ਤੁਸੀਂ ਉਹਦੇ ਵਚਨ ਨੂੰ ਫੋਲੋ ਕੀਤਾ। ਜੇ ਤੁਸੀਂ ਅਬੋਰਸ਼ਨ ਦੇ ਰਾਹੀਂ ਹੱਤਿਆ ਕਰ ਰਹੇ ਹੋ, ਪ੍ਰਾਰਥਨਾ ਨਹੀਂ ਸੁਣੀਆਂ ਜਾਣੀਆਂ। ਬਹੁਤ ਸਾਰੇ ਲੋਕਾਂ ਦੀਆਂ ਪ੍ਰਾਰਥਨਾਵਾਂ ਦਾ ਆਨਸਰ ਇਸ ਕਰਕੇ ਨਹੀਂ ਆਉਂਦਾ ਕਿ ਉਹਨਾਂ ਦੀ ਲਾਈਫ ਵਿੱਚ ਅਬੋਰਸ਼ਨ, ਉਹਨਾਂ ਹੱਤਿਆ ਕੀਤੀ ਹੁੰਦੀ। ਜੇ ਤੁਸੀਂ ਡਾਹ ਕਰਦੇ ਪਏ ਹੋ, ਤੁਹਾਡੀਆਂ ਪ੍ਰਾਰਥਨਾਵਾਂ ਦਾ ਆਨਸਰ ਨਹੀਂ ਆਏਗਾ। ਡਾਹ ਦਾ ਕੀ ਮਤਲਬ? ਜੈਲਸ ਕਰਦੇ ਪਏ ਹੋ, ਤੁਹਾਡੀਆਂ ਪ੍ਰਾਰਥਨਾਵਾਂ ਦਾ ਆਨਸਰ ਨਹੀਂ ਆਏਗਾ। ਜੇ ਤੁਸੀਂ ਬੁਰੀ ਨੀਅਤ ਨਾਲ ਮੰਗਦੇ ਪਏ ਹੋ ਕਿ ਭੋਗ ਵਿਲਾਸ ਵਿੱਚ ਮੌਜਾਂ ਕਰੀਏ, ਕੁਝ ਲੋਕ ਚਾਹੁੰਦੇ ਆ ਪਰਮੇਸ਼ਰ ਸਾਨੂੰ ਆਹ ਚੀਜ਼ ਦੇ। ਨੋ, ਪਰਮੇਸ਼ਰ ਤੁਹਾਨੂੰ ਚੀਜ਼ ਇਸ ਕਰਕੇ ਤੁਹਾਨੂੰ ਬਲੈਸ ਕਰਨਾ ਚਾਹੁੰਦਾ ਕਿ ਤੁਸੀਂ ਦੂਜਿਆਂ ਨੂੰ ਬਲੈਸ ਕਰ ਸਕੋ, ਆਪਣੇ ਭੈਣਾਂ ਭਰਾਵਾਂ ਨੂੰ ਬਲੈਸ ਕਰ ਸਕੋ, ਤੁਸੀਂ ਉਹਦੇ ਰਾਜਿਆਂ ਨੂੰ ਵਧਾ ਸਕੋ। ਤੇ ਜੇ ਤੁਸੀਂ ਚਰਚ ਵਿੱਚ ਤੁਹਾਨੂੰ ਕੋਈ ਟੈਨਸ਼ਨ ਨਹੀਂ ਦੂਸਰੇ ਲੋਕਾਂ ਦੀ, ਤੇ ਤੁਹਾਨੂੰ ਟੈਨਸ਼ਨ ਨਹੀਂ ਕਿ ਯीशु मसीह ਦੇ ਰਾਜਿਆਂ ਦੀ, ਕਿ ਯीशु मसीह ਕੀ ਚਾਹੁੰਦੇ ਆ। ਯीशु मसीह ਕਹਿੰਦੇ ਕਿ ਜਾਓ ਜਾ ਕੇ ਸਾਰੀ ਜਾਤੀਆਂ 'ਚ ਮੇਰਾ ਪ੍ਰਚਾਰ। ਜੇ ਉਹਦੇ ਪ੍ਰਚਾਰ ਦੀ, ਉਹਦੇ ਕੰਮਾਂ ਦੀ ਤੁਹਾਡੀ ਜ਼ਿੰਦਗੀ 'ਚ ਕੋਈ ਟੈਨਸ਼ਨ ਨਹੀਂ, ਤਾਂ ਕਦੀ ਵੀ ਤੁਹਾਡੀਆਂ ਪ੍ਰਾਰਥਨਾਵਾਂ ਦਾ ਆਨਸਰ ਨਹੀਂ ਦੇਗਾ। ਜੇ ਤੁਹਾਡੇ ਜੀਵਨ 'ਚ ਤੁਸੀਂ ਹੱਤਿਆ ਕੀਤੀ ਆ ਤੇ ਕਦੀ ਵੀ ਤੁਹਾਡੀਆਂ ਪ੍ਰਾਰਥਨਾਵਾਂ ਦਾ ਆਨਸਰ ਨਹੀਂ ਆਏਗਾ। ਜੇ ਤੁਸੀਂ ਡਾਹ ਕੀਤੀ ਆ ਤੇ ਤੁਹਾਡੀਆਂ ਪ੍ਰਾਰਥਨਾਵਾਂ ਦਾ ਆਨਸਰ ਨਹੀਂ ਆਏਗਾ। ਜੇ ਤੁਸੀਂ ਜੈਲਸ ਕਰਦੇ ਪਏ, ਇਸੇ ਕਰਕੇ ਜਦੋਂ ਤੁਸੀਂ ਤਿੰਨਾਂ ਚੀਜ਼ਾਂ ਤੇ ਕੰਟਰੋਲ ਕਰੋਗੇ, ਮੰਗੋਗੇ ਯीशु मसीह ਦੀ ਮਹਿਮਾ ਲਈ, 100% ਆਨਸਰ ਆਏਗਾ ਔਰ ਤੁਸੀਂ ਖੁਦ ਵੀ ਬਲੈਸ ਹੋਵੋਗੇ, ਦੂਸਰੇ ਵੀ ਤੁਹਾਡੇ ਕਾਰਨ ਬਲੈਸ ਹੋਣਗੇ ਯीशु मसीह ਦੇ ਸਾਮਰਥੀ ਨਾਮ ਵਿੱਚ। ਕਿੰਨੇ ਜਣਿਆਂ ਨੂੰ ਮੇਰੀ ਗੱਲ ਸਮਝ ਆ ਰਹੀ? ਇਸੇ ਕਰਕੇ ਬਾਈਬਲ 'ਚ ਲਿਖਿਆ ਆਪਣੇ ਹਾਰਟ ਦਾ ਕੰਟਰੋਲ ਕਰ, ਆਪਣੇ ਹਾਰਟ ਨੂੰ ਆਪਣੇ ਵੱਸ 'ਚ ਰੱਖ। ਇਹਦੇ ਵਿੱਚ ਕਦੀ ਵੀ ਕੋਈ ਕੂੜਾ ਕਰਕਟ ਨਾ ਆਉਂਦੇ, ਇਹਦੇ 'ਚ ਜੈਲਸੀ ਨਾ ਆਉਂਦੇ, ਇਹਦੇ 'ਚ ਡਾਹ ਨਾ ਆਉਂਦੇ, ਇਹਦੇ 'ਚ ਨਫ਼ਰਤ ਨਾ ਆਉਂਦੇ, ਇਹਦੇ 'ਚ ਕੜਵਾਹਟ ਨਾ ਆਉਂਦੇ, ਇਹਦੇ 'ਚ ਗਾਲਾਂ ਨਾ ਆਉਂਦੇ, ਇਹਦੇ 'ਚ ਲੜਾਈਆਂ ਨਾ ਆਉਂਦੇ। ਇਹਨੂੰ ਚੈਕਿੰਗ ਕਰ ਕਿ ਮੇਰੇ ਹਾਰਟ ਵਿੱਚ ਕਿਸੇ ਦੇ ਪ੍ਰਤੀ ਨਫ਼ਰਤ ਨਹੀਂ, ਮੇਰੇ ਹਾਰਟ ਵਿੱਚ, ਮੇਰੇ ਦਿਲ ਵਿੱਚ ਜੈਲਸੀ ਤੇ ਨਹੀਂ, ਮੇਰੇ ਦਿਲ ਵਿੱਚ ਇਹ ਤੇ ਨਹੀਂ ਕਿ ਮੈਂ ਆਪਣਾ ਹੀ ਸੋਚ ਰਿਹਾ। ਮੈਂ ਤੁਹਾਨੂੰ ਕਈ ਵਾਰੀ ਦੱਸਿਆ, ਇੱਕ ਜੈਲਸੀ ਕਰਨ ਵਾਲਾ ਤੇ ਆਪਣਾ ਹੀ ਸੋਚਣ ਵਾਲਾ ਕਦੀ ਨਹੀਂ ਵੱਧ ਸਕਦਾ, ਕਦੀ ਨਹੀਂ ਵੱਧ ਸਕਦਾ। ਚਾਹੇ ਉਹ ਕੋਈ ਪਾਸਟਰ ਹੋਏ ਤੇ ਚਾਹੇ ਕੋਈ ਵਿਸ਼ਵਾਸੀ ਹੋਏ। ਜੇ ਪਾਸਟਰ ਸੋਚੇ ਕਿ ਮੇਰੀ ਬੱਲੇ ਬੱਲੇ ਹੋਏ, ਬਸ ਮੈਂ ਹੀ ਸਾਰਾ ਕੁਝ ਹੋਵਾਂ, ਉਹ ਕਦੀ ਨਹੀਂ ਵੱਧ ਸਕਦਾ, ਕਦੀ ਨਹੀਂ। ਤੇ ਜੇ ਤੁਹਾਡੇ ਜੀਵਨ 'ਚ ਇਹ ਆ ਕਿ ਚਰਚ ਜਾਵਾਂ, ਮੈਂ ਦੂਸਰੇ ਨੂੰ ਨਾ ਲੈ ਕੇ ਜਾਵਾਂ, ਤਾਂ ਤੁਸੀਂ ਕਦੀ ਵੀ ਬਲੈਸ ਨਹੀਂ ਹੋ ਸਕਦੇ। ਤੁਹਾਡੇ ਦਿਲ 'ਚ ਇਹ ਚਾਹਨਾ ਹੋਣੀ ਚਾਹੀਦੀ ਆ ਕਿ ਪਰਮੇਸ਼ਰ ਮੇਰਾ ਪਿੰਡ ਬਚਾਇਆ ਜਾਏ, ਮੇਰਾ ਮੁਹੱਲਾ ਬਚਾਇਆ ਜਾਏ, ਮੇਰਾ ਸ਼ਹਿਰ ਬਚਾਇਆ ਜਾਏ, ਕੋਈ ਵੀ ਨਰਕ 'ਚ ਨਾ ਜਾਏ, ਕੋਈ ਵੀ ਨਰਕ 'ਚ ਨਾ ਜਾਏ। ਤੁਹਾਡੀ ਆਸ਼ੀਸ਼ ਤੁਹਾਡੇ ਹਾਰਟ ਤੇ ਡਿਪੈਂਡ ਕਰਦੀ ਤੇ ਕਿ ਤੁਹਾਡੇ ਹਾਰਟ ਵਿੱਚ ਵਿਚਾਰ, ਤੁਹਾਡੇ ਦਿਲ 'ਚ ਵਿਚਾਰ ਕਿੱਦਾਂ ਦੇ ਚੱਲ ਰਹੇ, ਤੁਹਾਡੇ ਦਿਲ 'ਚ ਵਿਚਾਰ ਕਿੱਦਾਂ ਦੇ ਚੱਲ ਰਹੇ, ਤੇ ਦਿਲ ਵਿੱਚ ਵਿਚਾਰ ਕਿੱਦਾਂ ਚੱਲਦੇ ਆ, ਤੁਸੀਂ ਦੇਖ ਕੀ ਰਹੇ ਆ, ਤੁਸੀਂ ਸੁਣ ਕੀ ਰਹੇ ਆ। ਜੇ ਤੁਸੀਂ ਬੁਰਾ ਦੇਖ ਰਹੇ ਤਾਂ ਬੁਰਾ ਤੁਹਾਡੇ ਦਿਲ 'ਚ ਚੱਲੂਗਾ, ਤੇ ਜੇ ਬੁਰਾ ਸੁਣ ਰਹੇ ਆ ਤਾਂ ਫਿਰ ਬੁਰਾ ਤੁਹਾਡੇ ਦਿਲ 'ਚ ਚੱਲੇਗਾ। ਇਸੇ ਕਰਕੇ ਪਰਮੇਸ਼ਰ ਨੇ ਅੱਜ ਮੈਨੂੰ ਵਰਡ ਦਿੱਤਾ ਕਿ ਅੱਜ ਤੂੰ ਇਹ ਵਚਨ ਸੁਣਾ, ਅੱਜ ਤੋਂ ਇਹ ਲੋਕ ਸੰਸੇਰ ਹੋਣਗੇ, ਆਪਣੀ ਆਤਮਾ
ਸਕਾਰਾਤਮਕ ਜ਼ਿੰਦਗੀ ਦੇ ਪ੍ਰਤੀ। ਜਦੋਂ ਤੁਸੀਂ ਸਿੰਸੀਅਰ ਹੋਵੋਗੇ, ਤੁਹਾਡੇ ਦਿਲ 'ਚ ਚੱਲਣਗੇ 24 ਘੰਟੇ ਵਚਨ। ਥੈਂਕ ਯੂ ਜੀਸਸ ਚੱਲੇਗਾ 24 ਘੰਟੇ, ਚਾਹੇ ਤੁਹਾਨੂੰ ਕੁਝ ਮਿਲਿਆ ਚਾਹੇ ਨਹੀਂ ਮਿਲਿਆ, ਫਿਰ ਵੀ ਥੈਂਕ ਯੂ ਕਰ ਰਹੇ, ਧੰਨਵਾਦ ਯਿਸੂ, ਧੰਨਵਾਦ ਤੇਰਾ। ਵਚਨ ਤੁਹਾਡੇ ਦਿਲ ਵਿੱਚ ਚੱਲ ਰਹੇ, ਤੁਹਾਡੇ ਦਿਲ 'ਚ ਸੌਂਗ ਚੱਲ ਰਹੇ ਆ। ਚਾਹੇ ਗਵਾਂਢੀਆਂ ਨੇ ਆ ਕੇ ਤੁਹਾਡੀ ਬੇਇੱਜ਼ਤੀ ਜਿੰਨੀ ਮਰਜ਼ੀ ਕਰਦੀ, ਤੁਸੀਂ ਇੱਕ ਮਿੰਟੋ ਮਿੰਟੀ ਕਿਹਾ ਪਰਮੇਸ਼ਰ ਇਹਨੂੰ ਮਾਫ ਕਰ ਦੇ, ਤੁਹਾਡੇ ਦਿਲ ਵਿੱਚ ਫਿਰ ਸੌਂਗ ਚੱਲ ਰਹੇ ਆ। ਇਹਦਾ ਮਤਲਬ ਤੁਸੀਂ ਆਪਣੇ ਹਾਰਟ ਦੀ ਰੱਖਿਆ ਕਰ ਰਹੇ। ਜੇ ਘਰ ਵਾਲੇ ਨੇ, ਤੁਸੀਂ ਚਰਚ ਗਏ, ਗਾਲਾਂ ਕੱਢਤੀਆਂ, ਤੇ ਉਹ ਅੱਗੋਂ ਉਹਨੂੰ 50 ਨਹੀਂ ਸੁਣਾਈਆਂ, ਨਹੀਂ, ਉਹਨੂੰ ਚੁੱਪ ਕਰਕੇ ਕਹਿਤਾ ਤੈਨੂੰ ਮਾਫ ਕਰ ਦੇ, ਪਰਮੇਸ਼ਰ ਤੈਨੂੰ ਮੇਰੇ ਨਾਲ ਲੈ ਕੇ ਜਾਏ, ਬਸ ਕੰਮ ਖਤਮ। ਤਾਂ ਆਰਾਮ ਨਾਲ ਆਪਣੇ ਦਿਲ ਵਿੱਚ ਤੁਸੀਂ ਇਹ ਨਹੀਂ ਕਰ ਰਹੇ ਵੀ ਮੈਨੂੰ ਕਿੱਥੇ ਵਿਆਹ ਤਾ, ਮੈਨੂੰ ਆਹ ਹੋ ਚੱਲਿਆ, ਮੈਨੂੰ ਆਹ ਹੋ ਜਾਂਦਾ, ਮੈਨੂੰ ਮੇਰੀ ਮੈਰਿਜ ਗਲਤ ਕਰਤੀ। ਨੋ, ਜੇ ਤੁਸੀਂ ਦਿਲ ਵਿੱਚ ਉਹ ਇਹ ਚਲਾਉਣ ਲੱਗ ਪਏ ਵਿਚਾਰ ਵੀ ਕਿਤੇ ਮੇਰੀ ਮੈਰਿਜ ਉੱਥੇ ਹੋ ਜਾਂਦੀ, ਇੱਥੇ ਕਦ ਲਈ ਹੋ, ਮੈਂ ਉਦੋਂ ਦੀ ਪ੍ਰੋਬਲਮ 'ਚ ਆ, ਇਹ ਗਾਲਾਂ ਕੱਢਦਾ, ਸ਼ਰਾਬ ਪੀਣ ਵਾਲਾ। ਨੋ, ਉਹਦੀ ਬਜਾਏ ਤੁਸੀਂ ਉਹਨੂੰ ਮਾਫ ਕਰਨਾ, ਆਪਣੇ ਹਸਬੈਂਡ ਨੂੰ, ਆਪਣੇ ਪਤੀ ਨੂੰ, ਆਪਣੀ ਪਤਨੀ ਨੂੰ ਤੁਸੀਂ ਮਾਫ ਕਰਨਾ, ਆਪਣੀ ਸੱਸ ਨੂੰ, ਆਪਣੇ ਸਹੁਰੇ ਨੂੰ ਤੁਸੀਂ ਮਾਫ ਕਰਨਾ, ਔਰ ਦਿਲ ਵਿੱਚ ਕੀ ਚਲਾਉਣਾ? ਥੈਂਕ ਯੂ ਜੀਸਸ। ਬੋਲੋ ਥੈਂਕ ਯੂ ਜੀਸਸ। ਕੀ ਚਲਾਉਣਾ? ਕੀ ਚਲਾਉਣਾ? ਤੁਹਾਡੇ ਦਿਲ 'ਚ ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ 24 ਘੰਟੇ ਚੱਲਣਾ ਚਾਹੀਦਾ। ਇੱਕ ਟਾਈਮ ਆਏਗਾ ਤੁਹਾਨੂੰ ਆਪਣੇ ਦਿਲ ਨੂੰ ਕੰਟਰੋਲ ਕਰਨਾ ਆ ਜਾਏਗਾ, ਪਵਿੱਤਰ ਆਤਮਾ ਦੀ ਹਜ਼ੂਰੀ ਇਹਦੇ 'ਚ ਬਣੀ ਰਹੇਗੀ। ਤੁਸੀਂ ਦੇਖੋਗੇ ਉਹੀ ਪਵਿੱਤਰ ਆਤਮਾ ਤੁਹਾਨੂੰ ਇੰਨਾ ਬਲੈਸ ਕਰੇਗਾ ਕਿ ਤੁਹਾਨੂੰ ਖੁਦ ਕਹਿਣਾ ਪਏਗਾ ਪ੍ਰਭੂ ਬਸ। ਤੁਹਾਡਾ ਆਲਾ ਦੁਆਲਾ ਦੇਖੇਗਾ ਕਿ ਸੱਚਮੁੱਚ ਤੁਹਾਨੂੰ ਯਿਸੂ ਮਸੀਹ ਨੇ ਬਲੈਸ ਕੀਤਾ, ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਕਿੰਨੇ ਜਣਿਆਂ ਨੂੰ ਮੇਰੀ ਗੱਲ ਦੀ ਸਮਝ ਆ ਰਹੀ? ਅੱਜ ਬਹੁਤ ਸਾਰੇ ਲੋਕਾਂ ਨੂੰ ਪਰਮੇਸ਼ਰ ਕਹਿੰਦੇ, ਅੱਜ ਬਹੁਤ ਸਾਰੇ ਲੋਕਾਂ ਨੂੰ ਜਦ ਤੂੰ ਪ੍ਰਚਾਰ ਕਰੂੰਗਾ, ਮੇਰੇ ਹਾਰਟ 'ਚ ਪਰਮੇਸ਼ਰ ਕਹਿ ਰਹੇ, ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਦਾ ਜਵਾਬ ਮਿਲ ਰਿਹਾ ਕਿ ਕਿਉਂ ਅੱਜ ਤੱਕ ਸਾਡੇ ਜੀਵਨ 'ਚ ਪਰਮੇਸ਼ਰ ਨੇ ਕੰਮ ਕਿਉਂ ਨਹੀਂ ਕੀਤਾ। ਇਸੇ ਕਰਕੇ ਤੁਸੀਂ ਪ੍ਰਵਾਹ ਕੀਤੀ ਆ ਪ੍ਰਾਰਥਨਾ ਦੀ। ਪ੍ਰਾਰਥਨਾ ਤੁਸੀਂ ਕਰ ਰਹੇ ਆ, ਘੰਟਾ ਡੇਢ ਘੰਟਾ, ਚਰਚ ਵੀ ਤੁਸੀਂ ਜਾ ਰਹੇ ਆ, ਵਧੀਆ, ਤੁਸੀਂ ਸਾਰਾ ਕੁਝ ਕਰ ਰਹੇ, ਪਰ ਤੁਸੀਂ ਇੱਕ ਚੀਜ਼ ਭੁੱਲ ਰਹੇ ਆ, ਆਪਣੇ ਹਾਰਟ ਦਾ ਕੰਟਰੋਲ ਨਹੀਂ ਕਰ ਰਹੇ। ਇਹਨੂੰ ਤੁਸੀਂ ਖੁੱਲਾ ਛੱਡਿਆ, ਇਹਨੂੰ ਤੁਸੀਂ ਖੁੱਲਾ ਛੱਡਿਆ, ਤੁਸੀਂ ਆਪਣੀਆਂ ਅੱਖਾਂ ਨਾਲ ਵਾਚਾ ਨਹੀਂ ਬੰਨੀ, ਔਰ ਤੁਸੀਂ ਕੀ ਸੁਣ ਰਹੇ ਆ ਇਹਦਾ ਧਿਆਨ ਨਹੀਂ ਦਿੱਤਾ। ਜਦੋਂ ਤੁਸੀਂ ਅੱਜ ਤੋਂ ਆਪਣੇ ਹਾਰਟ ਦਾ ਕੰਟਰੋਲ ਕਰੋਗੇ, ਆਪਣੀਆਂ ਅੱਖਾਂ ਨਾਲ ਵਾਚਾ ਬੰਨੂਗੇ ਜਿੱਦਾਂ ਅਯੂਬ ਨੇ ਬੰਨੀ, ਔਰ ਤੁਸੀਂ ਕੀ ਸੁਣਿਆ ਉਹਨੂੰ ਤੁਹਾਨੂੰ ਆਪਣੇ ਹਾਰਟ ਵਿੱਚੋਂ ਖਤਮ ਕਰਨਾ ਆ ਜਾਊਗਾ। ਤੇ ਕੁਝ ਚਿਰ ਲਈ ਤੁਸੀਂ ਜਦੋਂ ਪ੍ਰੈਕਟਿਸ ਕਰੋਗੇ ਤਾਂ ਤੁਸੀਂ ਦੇਖੋਗੇ ਉਹੀ ਤੁਹਾਡੇ ਮੂੰਹ 'ਚ ਆਏਗਾ ਜੋ ਤੁਹਾਡੇ ਹਾਰਟ 'ਚ ਹੋਏਗਾ। ਤੇ ਜੇ ਹਾਰਟ ਵਿੱਚ ਕੜਵਾਹਟ ਹੋਈ ਤਾਂ ਮੂੰਹ 'ਚ ਵੀ ਕੜਵਾਹਟ ਆਉਣੀ, ਹਾਰਟ ਵਿੱਚ ਗਾਲਾਂ ਹੋਈਆਂ ਤਾਂ ਮੂੰਹ 'ਚ ਵੀ ਗਾਲਾਂ ਹੋਣੀਆਂ, ਤੇ ਹਾਰਟ ਵਿੱਚ ਨਿਰਾਸ਼ਾ ਹੋਈ ਤਾਂ ਮੂੰਹ 'ਚ ਵੀ ਨਿਰਾਸ਼ਾ ਹੋਣੀ। ਤੇ ਜੇ ਹਾਰਟ ਵਿੱਚ ਥੈਂਕ ਯੂ ਜੀਸਸ ਹੋਇਆ ਤਾਂ ਮੂੰਹ 'ਚ ਵੀ ਥੈਂਕ ਯੂ ਜੀਸਸ ਹੋਏਗਾ। ਮੈਂ ਕਿਹਾ ਸ਼ੈਤਾਨ ਸ਼ਰਮਿੰਦਾ ਹੋਏਗਾ ਔਰ ਤੁਹਾਡੇ ਘਰਾਂ 'ਚੋਂ ਦੌੜੇਗਾ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਮੈਂ ਕਿਹਾ ਦੌੜੇਗਾ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਮੈਂ ਕਿਹਾ ਤੁਸੀਂ ਤੁਹਾਡੇ ਲੈਵਲ ਚੇਂਜ ਹੋ ਰਹੇ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਬਾਈਬਲ 'ਚ ਲਿਖਿਆ ਹੋ ਨਹੀਂ ਸਕਦਾ ਕਿ ਇੱਕ ਮੂੰਹ 'ਚੋਂ ਤੁਸੀਂ ਧੰਨਵਾਦ ਕਰ ਰਹੇ, ਇੱਕ ਮੂੰਹ 'ਚੋਂ ਤੁਸੀਂ ਲੋਕਾਂ ਨੂੰ ਸ਼ਰਾਪ ਦੇ ਰਹੇ। ਸ਼ਰਾਪ ਦਾ ਕੀ ਮਤਲਬ? ਤੇਰਾ ਕੁਛ ਨਾ ਰਹੇ, ਤੇਰਾ ਬੇੜਾ ਗਰਕ ਹੋ ਜਾਏ। ਕਿ ਇਹ ਸ਼ਰਾਪ ਤੇ ਉਹ ਹੋ ਰਿਹਾ ਸਾਰਾ ਕੁਝ। ਤੇ ਜਦੋਂ ਤੁਸੀਂ ਕਹਿ ਰਹੇ ਆਪਣੇ ਮੂੰਹ ਨਾਲ 20 ਸਾਲ ਹੋ ਗਏ ਕੁਝ ਵੀ ਨਹੀਂ ਹੋਇਆ, ਉਹੀ ਸਾਰਾ ਕੁਝ, ਤੇ ਉਹੀ ਰਹਿਣਾ ਸਾਰਾ ਕੁਝ, ਉਹੀ ਰਹਿਣਾ ਸਾਰਾ ਕੁਝ। ਤੇ ਜਦੋਂ ਤੁਸੀਂ ਇਹ ਗੱਲਾਂ ਕਰ ਰਹੇ, ਪਰਮੇਸ਼ਰ ਉਹਦੇ ਵਿੱਚ ਕੁਝ ਨਹੀਂ ਕਰ ਸਕਦਾ, ਕੁਝ ਨਹੀਂ ਕਰ ਸਕਦਾ। ਤੁਹਾਡੇ ਕਹੇ ਸ਼ਬਦਾਂ 'ਚ, ਸ਼ਬਦ ਕੀ ਜਦੋਂ ਤੁਸੀਂ ਕਹਿੰਦੇ ਉਹਦਾ ਵਾਚਾ ਬਣ ਜਾਂਦੀ। ਪਰਮੇਸ਼ਰ ਉਹ 'ਚ ਕੁਝ ਨਹੀਂ ਕਰ ਸਕਦਾ। ਪਰਮੇਸ਼ਰ ਦਾ ਕੋਈ ਦਾਸ ਕੁਝ ਨਹੀਂ ਕਰ ਸਕਦਾ। ਉਹਨੂੰ ਤੁਸੀਂ ਤੋੜ ਸਕਦੇ ਆ, ਕੋਈ ਨਹੀਂ ਤੋੜ ਸਕਦਾ, ਕੋਈ ਨਹੀਂ ਤੋੜ ਸਕਦਾ। ਉਹਨੂੰ ਸਿਰਫ ਤੁਸੀਂ ਤੋੜ ਸਕਦੇ ਆ। ਜਿਹੜੀ ਚੀਜ਼ ਤੁਸੀਂ ਆਪਣੇ ਆਪ ਤੇ ਬੋਲੀ, ਉਹਨੂੰ ਸਿਰਫ ਤੁਸੀਂ ਤੋੜ ਸਕਦੇ ਆ। ਔਰ ਅੱਜ ਤੁਸੀਂ ਤੋੜੋਗੇ ਔਰ ਤੁਸੀਂ ਦੇਖੋਗੇ ਤੁਹਾਡੀਆਂ ਰੁਕੀਆਂ ਪ੍ਰਾਰਥਨਾਵਾਂ ਦੇ ਆਨਸਰ ਆ ਰਹੇ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ।
आंसर आ रहे यीशु मसीह दे सामर्थी नाम च। सब दिन खड़े हो जाओ, अपने हत्थों नूं उठाओ, बोलो परमेश्वर अज मैं तेरे वचन चो सीख चुकी हाँ कि सबसे अधिक मुझे अपने हार्ट की रक्षा करनी है, क्योंकि जीवन का ये स्रोत है। आज मैं तेरे वचन से सीख चुका हूं, सीख चुकी हूं कि मेरी आशीष मेरे हार्ट की कंडीशन पे डिपेंड करती है। आज से मैं अपने विचारों का ध्यान रखूंगा, क्योंकि मैं जानता हूं मेरे विचार मेरे मुंह में आएंगे और मेरे मुंह से निकला हर एक शब्द वो जीवित होगा। परमेश्वर आज से कोई भी ऐसी बात मैं अपने हार्ट में नहीं लाऊंगा, और अगर किसी तरह मेरे हार्ट में कोई ऐसी बात जो तेरे वचन के बाहर हो अगर आएगी, तो मैं तेरे लहू के साथ उसको खत्म करूंगा, उसकी माफी मांगूंगा। और क्योंकि मैं आज जान चुका हूं कि हर वो बात जो तेरे वचन के बाहर है, जो वचन के उलट है, वो मेरी ग्रोथ को रोकती है, मेरी आशीष को रोकती है, मेरी प्रार्थना को रोकती है। आज से मैं इन बातों का ध्यान रखूंगा, और मैं जानता हूं जब मैं इन बातों का ध्यान रखूंगा मेरी सब प्रार्थनाओं के आंसर आएंगे, और मैं अपने समय के अनुसार परमेश्वर की इच्छा के अनुसार आशीषित होऊंगा, और दूसरों के लिए भी आशीषित का कारण बनूंगा। यीशु मसीह के सामर्थी नाम में मांगते हैं। ताड़े जीवन च कदी भी किसी प्रति जैलस नहीं होनी चाहिए, किसी प्रति नफरत नहीं होनी चाहिए दिल विच। जे तुसी हत्या कीती आ ओदी माफी मंगो। कुछ भी जड़ियां गल्लां मैं तुहानूं दसियां, जे तुसी बुरी नीयत ना मंगदे पे कि ऐशो आराम करांगे, खुदा सानू वीजा दे दे, पेरिस जाके घुमांगे, उथे इंजॉय करूंगे, नो, परमेश्वर ने तुहानू इस करके बाहर ले जाना चाहुंदा कि उत्थे तुसी ओदी गवाही दो, तुहाडी टेस्टिमनी हो। ते जे इदां दे विचार आ कि तुसी भोग विलास करो, मौजा मौजा माणो, मुंडे कहंदे चल वीजा लग जाए कैनेडा दा, उत्थे गोरियां ना घुमांगे, होटलों च मौजा करांगे, आउंदे विचार मैनू पता मैं भी इस दुनिया ते इसे करके तुहाडीआं डेस्टिनियां रोगियां। अज हर वो विचार इदां दा तुहाडे जीवन च आया, ओदी माफी मंगो अपने हत्थां नूं उठा के। हर एक नूं पता किहड़ी किहड़ी किसी ने गलती की। जे तुसी अपने आप नूं श्रापित कीता, अपने न्याणिਆਂ नूं श्रापित कीता, ਉਹਨੂੰ कैंसल करो यीशु मसीह दे लहू दे नाल। जे अपने पति नूं, अपनी पत्नी नूं, अपने सस नूं, अपने सहुरे नूं, अपने फ्यूचर नूं तुसी श्रापित कीता अपने मुंह दे नाल, ਉਹਨੂੰ कैंसल करो। सब तो पहला माफी मंगो, कहो परमेश्वर जे मेरे हार्ट विच कोई जैलसी या कोई ईर्खा आ ਜਾਂ किसी तरह डर आ ਜਾਂ चिंता आ ਜਾਂ निराशा आ, मैनू क्षमा कर। अपने पास्ट दी पेन आ, मैनू क्षमा कर। जे किसी दे प्रति नफरत आ, मैनू क्षमा कर। कोई भी जिहड़ा तुहाडे दिल विच इहो जिहा पाप आ जिहड़ा परमेश्वर दे वचन दे खिलाफ आ, ओदी माफी मंगो, माफी मंगो। हर एक दे प्रति कुछ ना कुछ है। जे तुहाडे दिल दे विच जैलसी है किसी दे प्रति, माफी मंगो। जे नफरत आ, माफी मंगो। अपने गुनाहगारां नूं माफ करो, अपने गवांढियां नूं माफ करो, अपने रिश्तेदारां नूं माफ करो। जे गलत संबंधां च तुहाडे दिल च किसी मुंडे दी पिक्चर आ,
ਉਹਨੂੰ ਦੂਰ ਕਰੋ। ਤਾਂ ਮੁੰਡੇ ਦੇ ਦਿਲ 'ਚ ਕਿਸੇ ਕੁੜੀ ਦੀ ਪਿਕਚਰ ਬਣੀ ਆ, ਉਹਨੂੰ ਦੂਰ ਕਰੋ, ਉਹਦੀ ਮਾਫੀ ਮੰਗੋ, ਉਹਨੂੰ ਦਿਲ 'ਚੋਂ ਕੱਢੋ, ਕਿਉਂਕਿ ਪਰਮੇਸ਼ਰ ਆਪਣੇ ਆਪ ਤੁਹਾਡੇ ਲਈ ਜੀਵਨ ਸਾਥੀ ਤੁਹਾਡੇ ਜੀਵਨ 'ਚ ਲੈ ਕੇ ਆਏਗਾ। ਆਪਣੇ ਹਾਰਟ ਨੂੰ ਖਾਲੀ ਕਰੋ। ਤੇ ਜੇ ਤੁਹਾਡੇ ਦਿਲ ਵਿੱਚ ਇੱਕ ਪਿਕਚਰ ਆ ਕਿ ਪੈਸੇ ਆਉਣ, ਅਸੀਂ ਭੋਗ ਵਿਲਾਸ ਕਰੀਏ, ਗਲਤ ਕੰਮਾਂ ਤੇ ਇਸਤੇਮਾਲ ਕਰੀਏ, ਫੈਸ਼ਨ ਕਰੀਏ, ਆ ਕਰੀਏ, ਉਹ ਕਰੀਏ, ਉਹਦੇ ਲਈ ਵੀ ਮਾਫੀ ਮੰਗੋ। ਆਪਣੇ ਦਿਲ ਨੂੰ ਖਾਲੀ ਕਰੋ ਅੱਜ। ਔਰ ਜੇ ਨਿਰਾਸ਼ਾ ਵਿੱਚ ਤੁਸੀਂ ਆਪਣੇ ਆਪ ਤੇ ਸ਼ਬਦ ਬੋਲੇ ਮਾੜੇ, ਉਹਨੂੰ ਕੈਂਸਲ ਕਰੋ। ਕਹੋ ਮੈਂ ਕੈਂਸਲ ਕਰਦੀ ਆ ਜੋ ਮੈਂ ਆਪਣੇ ਆਪ ਉਤੇ ਸ਼ਬਦ ਬੋਲੇ, ਆਪਣੀ ਜੌਬ ਤੇ ਸ਼ਬਦ ਬੋਲੇ ਮਾੜੇ, ਆਪਣੇ ਬਿਜ਼ਨਸ ਤੇ ਸ਼ਬਦ ਮਾੜੇ ਬੋਲੇ, ਆਪਣੇ ਬੱਚਿਆਂ ਤੇ ਮਾੜੇ ਸ਼ਬਦ ਬੋਲੇ, ਆਪਣੀ ਪਤਨੀ ਤੇ ਮਾੜੇ ਸ਼ਬਦ ਬੋਲੇ, ਆਪਣੇ ਪਤੀ ਤੇ ਮਾੜੇ ਸ਼ਬਦ ਬੋਲੇ, ਆਪਣੇ ਮਾਂ ਤੇ ਆਪਣੇ ਬਾਪ ਤੇ ਮਾੜੇ ਸ਼ਬਦ ਬੋਲੇ, ਆਪਣੇ ਰਿਸ਼ਤੇਦਾਰਾਂ ਤੇ ਮਾੜੇ ਸ਼ਬਦ ਬੋਲੇ, ਆਪਣੇ ਫਿਊਚਰ ਤੇ ਮਾੜੇ ਸ਼ਬਦ ਬੋਲੇ। ਉਹਨਾਂ ਮਾੜੇ ਸ਼ਬਦਾਂ ਨੂੰ ਕੈਂਸਲ ਕਰੋ। ਜੇ ਆਪਣੀ ਸੇਵਕਾਈ ਤੇ ਤੁਸੀਂ ਮਾੜੇ ਸ਼ਬਦ ਬੋਲੇ, ਉਹਨੂੰ ਕੈਂਸਲ ਕਰੋ। ਜੋ ਤੁਸੀਂ ਸੇਵਾ ਕਰ ਰਹੇ ਹੋ, ਜੇ ਉਹ ਸੇਵਾ ਤੇ ਮਾੜੇ ਸ਼ਬਦ ਬੋਲੇ, ਉਹਨੂੰ ਕੈਂਸਲ ਕਰੋ, ਉਹਨੂੰ ਕੈਂਸਲ ਕਰੋ। ਜੋ ਨੈਗੇਟਿਵ ਵਰਡ ਤੁਸੀਂ ਬੋਲੇ, ਉਹਨਾਂ ਨੈਗੇਟਿਵ ਵਰਡ ਨੂੰ ਕੈਂਸਲ ਕਰੋ। ਜੋ ਨੈਗੇਟਿਵ ਵਰਡ ਤੁਸੀਂ ਆਪਣੇ ਆਪ ਤੇ ਬੋਲੇ ਕਿ ਨਹੀਂ ਹੋ ਸਕਦਾ, ਉਹਨੂੰ ਕੈਂਸਲ ਕਰੋ। ਉਹ ਚੰਗਾ ਨਹੀਂ ਹੋ ਸਕਦਾ, ਮੇਰਾ ਫਿਊਚਰ ਵਧੀਆ ਨਹੀਂ ਹੋ ਸਕਦਾ, ਮੈਂ ਗਲਤ ਘਰ ਵਿੱਚ ਪੈਦਾ ਹੋਈ ਆ, ਉਹਨੂੰ ਕੈਂਸਲ ਕਰੋ। ਜੇ ਤੁਸੀਂ ਸੋਚਿਆ ਕਿ ਮੈਂ ਗਲਤ ਘਰ ਵਿੱਚ ਪੈਦਾ ਹੋਇਆ, ਮੇਰਾ ਮਾਂ-ਬਾਪ ਇਹ ਨਹੀਂ ਹੋਣਾ ਚਾਹੀਦਾ, ਇਹਨਾਂ ਗੱਲਾਂ ਨੂੰ ਕੈਂਸਲ ਕਰੋ ਆਪਣੇ ਮੂੰਹ ਨੂੰ ਖੋਲ ਕੇ। ਕਿਉਂਕਿ ਜਿਸ ਘਰ ਵਿੱਚ ਪੈਦਾ ਹੋਏ, ਤੁਸੀਂ ਰਾਈਟ ਪੈਦਾ ਹੋਏ। ਜਿਸ ਦੇਸ਼ ਵਿੱਚ ਪੈਦਾ ਹੋਏ ਆ, ਪਰਮੇਸ਼ਰ ਨੇ ਤੁਹਾਨੂੰ ਰਾਈਟ ਪੈਦਾ ਕੀਤਾ। ਜਿਹੜੇ ਹਾਲਾਤਾਂ 'ਚ ਪੈਦਾ ਹੋਏ, ਰਾਈਟ ਤੁਹਾਨੂੰ ਪੈਦਾ ਕੀਤਾ। ਸਾਰੇ ਸ਼ਬਦਾਂ ਨੂੰ ਕੈਂਸਲ ਕਰੋ। ਜੇ ਤੁਸੀਂ ਆਪਣੇ ਆਪ ਤੇ ਬੋਲੇ ਮੇਰੀ ਹਾਈਟ ਨਹੀਂ ਵਧੀ, ਆਪਣੇ ਆਪ ਨੂੰ ਜੇ ਮਾੜਾ ਕਿਹਾ, ਉਹਨੂੰ ਕੈਂਸਲ ਕਰੋ। ਜੇ ਤੁਸੀਂ ਆਪਣੇ ਰੰਗ ਨੂੰ ਮਾੜਾ ਕਿਹਾ, ਉਹਨੂੰ ਕੈਂਸਲ ਕਰੋ। ਜੇ ਆਪਣੇ ਚਿਹਰੇ ਨੂੰ ਜਾਂ ਕਿਸੇ ਤਰ੍ਹਾਂ ਦਾ ਵੀ ਤੁਸੀਂ ਆਪਣੇ ਆਪ ਨੂੰ ਮਾੜਾ ਕਿਹਾ, ਉਹਨੂੰ ਕੈਂਸਲ ਕਰੋ। ਉਹਨਾਂ ਸ਼ਬਦਾਂ ਨੂੰ ਮੇਰੀ ਵੱਲ ਕੋਈ ਨਹੀਂ ਦੇਖੇਗਾ, ਜੋ ਮੈਂ ਕਹਿ ਰਿਹਾ ਉਹ ਕਰੋ। ਕੈਂਸਲ ਕਰੋ ਉਹਨਾਂ ਸ਼ਬਦਾਂ ਨੂੰ। ਮੈਨੂੰ ਹੋਲੀ ਸਪਿਰਿਟ ਕਹਿ ਰਿਹਾ, ਤੁਸੀਂ ਆਪਣੇ ਰਿਸ਼ਤਿਆਂ ਤੇ ਕਈਆਂ ਨੇ ਆਪਣੇ ਪਤਨੀ ਤੇ ਕਹਿ ਮੇਰੀ ਇਹ ਘਰ ਵਾਲੀ ਨਹੀਂ ਹੋਣੀ ਚਾਹੀਦੀ ਸੀ, ਕੈਂਸਲ ਕਰੋ ਉਹਨਾਂ ਸ਼ਬਦਾਂ ਨੂੰ। ਕਈ ਕਹਿੰਦੇ ਇਹ ਮੇਰਾ ਪਤੀ ਨਹੀਂ ਹੋਣਾ ਚਾਹੀਦਾ, ਕੈਂਸਲ ਕਰੋ। ਆਪਣੇ ਬੱਚਿਆਂ ਤੇ ਬੋਲੇ, ਕੈਂਸਲ ਕਰੋ। ਆਪਣੇ ਫਾਈਨੈਂਸ ਤੇ ਬੋਲੇ, ਕੈਂਸਲ ਕਰੋ ਉਹਨਾਂ ਸ਼ਬਦਾਂ ਨੂੰ। ਬੋਲੋ ਮੈਂ ਕੈਂਸਲ ਕਰਦਾ, ਆਪਣੇ ਮੂੰਹ ਨਾਲ ਕੈਂਸਲ ਕਰਦਾ। ਮੇਰਾ ਘਰ ਇੱਥੇ ਨਹੀਂ ਹੋਣਾ ਚਾਹੀਦਾ ਸੀ, ਕੈਂਸਲ ਕਰਦਾ। ਬੋਲੋ ਕਿ ਮੈਂ ਕੈਂਸਲ ਕਰਦਾ। ਕੈਂਸਲ ਕਰੋ, ਕੈਂਸਲ ਕਰੋ, ਕੈਂਸਲ ਕਰੋ ਸੀਰੀਅਸ ਰੀਤੀ ਦੇ ਨਾਲ। ਮੈਂ ਇਸ ਚਰਚ 'ਚ ਨਹੀਂ ਹੋਣਾ ਚਾਹੀਦਾ ਸੀ। ਤੁਹਾਨੂੰ ਜੇ ਇਸ ਚਰਚ ਨਾਲ ਨਫ਼ਰਤ ਹੋਈ, ਉਹਨਾਂ ਨੂੰ ਕੈਂਸਲ ਕਰੋ। ਪਰਮੇਸ਼ਰ ਮੈਨੂੰ ਮੈਂ ਕੈਂਸਲ ਕਰਦਾ। ਮੇਰੀ ਮੈਰਿਜ ਉੱਥੇ ਹੋਣੀ ਚਾਹੀਦੀ ਸੀ, ਤੁਸੀਂ ਕੈਂਸਲ ਕਰੋ। ਤੁਸੀਂ ਆਪਣੀ ਮੈਰਿਜ ਦੇ ਖਿਲਾਫ ਜੋ ਵਰਡ ਬੋਲੇ, ਕੈਂਸਲ ਕਰੋ ਉਹਨਾਂ ਸ਼ਬਦਾਂ ਨੂੰ। ਹਰ ਨੈਗੇਟਿਵ ਚੀਜ਼ ਨੂੰ ਕੈਂਸਲ ਕਰੋ ਜੋ ਤੁਸੀਂ ਆਪਣੇ ਮੂੰਹ ਤੋਂ ਅੱਜ ਤੱਕ ਬੋਲੀ। ਕੈਂਸਲ ਕਰੋ ਜੋ ਆਨਲਾਈਨ ਦੇਖ ਰਹੇ, ਹਰ ਇੱਕ ਨੈਗੇਟਿਵ ਸ਼ਬਦ ਜੋ ਤੁਸੀਂ ਆਪਣੇ ਆਪ ਉੱਤੇ ਬੋਲਿਆ, ਉਹਨੂੰ ਕੈਂਸਲ ਕਰੋ ਆਪਣੇ ਮੂੰਹ ਦੇ ਨਾਲ। ਬੋਲੋ ਮੈਂ ਕੈਂਸਲ ਕਰਦਾ। ਜੋ ਆਪਣੀ ਸਿਹਤ ਤੇ ਬੋਲਿਆ, ਮੈਂ ਕੈਂਸਲ ਕਰਦਾ। ਆਪਣੇ ਪਤੀ ਤੇ ਬੋਲਿਆ, ਪਤਨੀ ਤੇ ਬੋਲਿਆ, ਰਿਸ਼ਤੇਦਾਰਾਂ ਤੇ ਬੋਲਿਆ, ਆਪਣੇ ਬੱਚਿਆਂ ਤੇ ਬੋਲਿਆ, ਜਿਸ ਜਗ੍ਹਾ ਤੁਸੀਂ ਰਹਿ ਰਹੇ ਉਸ ਜਗ੍ਹਾ ਤੇ ਬੋਲਿਆ,
ਆਪਣੀ ਜੌਬ ਤੇ ਬੋਲਿਆ, ਆਪਣੇ ਰੰਗ ਰੂਪ ਤੇ ਬੋਲਿਆ, ਆਪਣੀ ਹਾਈਟ ਤੇ ਬੋਲਿਆ, ਆਪਣੇ ਖਾਨਦਾਨ ਤੇ ਬੋਲਿਆ, ਆਪਣੇ ਪਿੰਡ ਤੇ, ਆਪਣੇ ਸ਼ਹਿਰ ਤੇ, ਆਪਣੇ ਮੁਹੱਲੇ ਤੇ ਬੋਲਿਆ। ਕੈਂਸਲ ਕਰੋ, ਕੈਂਸਲ ਕਰੋ। ਜਿਸ ਜਿਸ ਚੀਜ਼ ਨੂੰ ਵੀ ਤੁਸੀਂ ਅਜੇ ਤੱਕ ਕੋਸਿਆ ਉਹਨੂੰ ਕੈਂਸਲ ਕਰੋ। ਮੈਂ ਪੰਜਾਬੀ 'ਚ ਤੁਹਾਨੂੰ ਕਲੀਅਰਲੀ ਕਹਿੰਦਾ, ਜਿਸ ਚੀਜ਼ ਤੇ ਤੁਸੀਂ ਕੋਸਿਆ, ਆਪਣੇ ਬੱਚਿਆਂ ਨੂੰ ਕੋਸਿਆ, ਕੈਂਸਲ ਕਰੋ ਉਹਨਾਂ ਨੂੰ। ਯਿਸੂ ਮਸੀਹ ਦੇ ਸਾਮਰਥੀ ਨਾਮ 'ਚ ਮੰਗਦੇ ਹਾਂ। ਸੁਣੋ, ਹਮੇਸ਼ਾ ਸ਼ੈਤਾਨ ਤੁਹਾਨੂੰ, ਤੁਹਾਡੀ ਪ੍ਰੇਅਰ ਲਾਈਫ ਵਧੀਆ ਹੋਗੀ, ਤੁਸੀਂ ਚਰਚ ਜਾ ਰਹੇ ਆ, ਤੁਸੀਂ ਰੋਜ਼ਾ ਰੱਖ ਰਹੇ, ਦਸਵੰਧ ਦੇ ਰਹੇ, ਸਾਰਾ ਕੁਝ ਵਧੀਆ ਕਰ ਰਹੇ, ਸ਼ੈਤਾਨ ਤੁਹਾਨੂੰ ਕਿੱਥੇ ਫਸਾਏਗਾ? ਤੁਹਾਡੇ ਹਾਰਟ ਵਿੱਚ, ਤੁਹਾਡੇ ਦਿਲ 'ਚ। ਉਹਦਾ ਨੈਕਸਟ ਟਾਰਗੇਟ ਕੀ? ਤੁਹਾਡੇ ਤੀਰ ਕਿੱਥੇ ਮਾਰੇਗਾ? ਤੁਹਾਡੇ ਦਿਲ 'ਚ, ਵਿਚਾਰਾਂ ਰਾਹੀਂ, ਲੋਕਾਂ ਰਾਹੀਂ। ਲੋਕ ਆਉਣਗੇ, ਤੁਹਾਡੇ ਰਿਸ਼ਤੇਦਾਰ ਤੁਹਾਡੇ ਕੰਨਾਂ 'ਚ ਮਾਰਨਗੇ ਗੱਲਾਂ, ਤੇ ਜਦੋਂ ਉਹਨਾਂ ਗੱਲਾਂ ਨੂੰ ਸੁਣ ਕੇ ਤੁਸੀਂ ਦਿਲ ਵਿੱਚ ਜਗ੍ਹਾ ਦੇਤੀ, ਤਾਂ ਬਾਈਬਲ 'ਚ ਲਿਖਿਆ ਸ਼ੈਤਾਨ ਨੂੰ ਮੌਕਾ ਨਾ ਦਿਓ। ਤੁਸੀਂ ਸ਼ੈਤਾਨ ਨੂੰ ਮੌਕਾ ਦੇਤਾ, ਤੇ ਜੇ ਉਹਨਾਂ ਗੱਲਾਂ ਨੂੰ ਸੁਣ ਕੇ ਤੁਸੀਂ ਪਾਸੇ ਸਿੱਟਦਾ ਵੀ ਇਹ ਝੂਠ ਕਹਿੰਦਾ, ਤਾਂ ਥੈਂਕ ਯੂ ਜੀਸਸ ਤੁਸੀਂ ਕਹਿਤਾ, ਪਰਮੇਸ਼ਰ ਤੇਰਾ ਧੰਨਵਾਦ, ਇਹ ਮੇਰੀ ਬੇਇੱਜ਼ਤੀ ਕਰ ਗਿਆ, ਕਰ ਗਈ, ਧੰਨਵਾਦ ਤੇਰਾ, ਧੰਨਵਾਦ। ਉਹਨੂੰ ਵੀ ਬਲੈਸ ਕਰਤਾ ਤੁਸੀਂ, ਤਾਂ ਫਿਰ ਡੋਂਟ ਵੈਰੀ, ਯਿਸੂ ਮਸੀਹ ਦੇਖ ਰਿਹਾ, ਔਰ ਇਹ ਸਵਰਗ ਵੀ ਦੂਤ ਵੀ ਦੇਖ ਰਹੇ। ਉਸੇ ਟਾਈਮ ਤੁਹਾਡੀ ਹਰ ਚੀਜ਼ ਨੂੰ ਸੈੱਟ ਕਰਨਗੇ। ਤਾਂ ਤੁਸੀਂ ਦੇਖ ਲਿਓ, ਜਿਸ ਇਨਸਾਨ ਨੇ ਤੁਹਾਡੇ ਤੇ ਤਾਨੇ ਮਾਰੇ, ਮਿਹਣੇ ਮਾਰੇ, ਉਹਦੇ ਨਾਲੋਂ ਕਈ ਗੁਣਾ ਉਚਾਈ ਤੁਹਾਡੀ ਜ਼ਿੰਦਗੀ ਦੀ ਜ਼ਿਆਦਾ ਹੋਏਗੀ ਯਿਸੂ ਮਸੀਹ ਦੇ ਸਾਮਰਥੀ ਨਾਮ 'ਚ। ਮੈਂ ਕਿਹਾ ਜ਼ਿਆਦਾ ਹੋਏਗੀ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਮੈਂ ਕਿਹਾ ਜ਼ਿਆਦਾ ਹੋਏਗੀ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਪਰ ਜੇ ਤੁਸੀਂ ਉਹਨਾਂ ਗੱਲਾਂ ਨੂੰ ਆਪਣੇ ਹਾਰਟ 'ਚ ਜਗ੍ਹਾ ਦੇਤੀ, ਪਰਮੇਸ਼ਰ ਔਰ ਪਰਮੇਸ਼ਰ ਦੇ ਸਵਰਗਦੂਤ ਕੁਝ ਨਹੀਂ ਕਰ ਸਕਦੇ, ਕੁਝ ਨਹੀਂ ਕਰ ਸਕਦੇ। ਤੁਸੀਂ ਹਨੇਰੇ 'ਚ ਸਾਰੇ, ਰਾਤ ਨੂੰ ਸਾਰੇ ਆਏ। ਜਦੋਂ ਮੈਂ ਪੁਲਪਿਟ ਤੇ ਆਇਆ, ਇਸ ਜਗ੍ਹਾ ਤੇ 3 ਜਣੇ ਸੀ, 3 ਹੀ ਨਾ ਭਾਜੀ, ਆਹ ਲਾਈਨ 'ਚ ਸਿਰਫ 3 ਸੀ। ਇੱਕਦਮ ਮੇਰੇ ਮਨ 'ਚ ਨਿਰਾਸ਼ਾ ਹੋਣ ਲੱਗੀ। ਹੋਲੀ ਸਪਿਰਿਟ ਨੇ ਕਿਹਾ ਨੋ, ਥੈਂਕ ਯੂ ਜੀਸਸ ਬੋਲ, ਔਰ ਮੈਂ ਲਗਾਤਾਰ ਥੈਂਕ ਯੂ ਜੀਸਸ, ਥੈਂਕ ਯੂ ਜੀਸਸ ਅੰਦਰ ਅੰਦਰ ਬੋਲਦਾ, ਕਿਉਂਕਿ ਸ਼ੈਤਾਨ ਕੀ ਚਾਹੁੰਦਾ? ਤੁਹਾਡੀ ਗਰੋਥ ਨੂੰ ਰੋਕਣਾ। ਤਾਂ ਤੁਸੀਂ ਦੇਖ ਸਕਦੇ ਹੋ, ਮੇਰੇ ਖਿਆਲ 50-60 ਜਣੇ ਹੋਰ ਹੋਣ ਤੇ ਇਹ ਟੈਂਟ ਪੂਰਾ ਫੁੱਲ ਆ। 60-70 ਜਣੇ ਹੋਰ ਹੁੰਦੇ ਤੇ ਫੁੱਲ ਆ, ਹੈਗਾ ਕਿ ਨਹੀਂ ਹੈਗਾ? ਔਰ ਇਸੇ ਤਰ੍ਹਾਂ ਤੁਹਾਡੀ ਲਾਈਫ ਦੀ ਗਰੋਥ ਹੈ, ਤੁਹਾਡੀ ਲਾਈਫ ਦੀ ਆਸ਼ੀਸ਼ ਆ। ਤੁਸੀਂ ਆਪਣੇ ਹਾਰਟ ਵਿੱਚ ਨਿਰਾਸ਼ਾ ਨੂੰ ਜਗ੍ਹਾ ਨਹੀਂ ਦੇਣੀ, ਨੈਗੇਟਿਵਿਟੀ ਨੂੰ ਜਗ੍ਹਾ ਨਹੀਂ ਦੇਣੀ, ਲੋਕਾਂ ਦੀਆਂ ਗੱਲਾਂ ਨੂੰ ਜਗ੍ਹਾ ਨਹੀਂ ਦੇਣੀ, ਹਾਲਾਤਾਂ ਨੂੰ ਜਗ੍ਹਾ ਨਹੀਂ ਦੇਣੀ। ਨੋ, ਤੁਸੀਂ ਜਗ੍ਹਾ ਕਿਹਨੂੰ ਦੇਣੀ? ਥੈਂਕ ਯੂ ਜੀਸਸ ਨੂੰ। ਕੀ ਕਹਿਣਾ ਸ਼ੁਰੂ ਕਰ ਦੇਣਾ? ਕੀ ਕਹਿਣਾ ਸਮਝ ਕਰ ਦੇਣਾ? ਬੋਲੋ, ਉੱਚੀ ਬੋਲੋ, ਉੱਚੀ ਬੋਲੋ, ਉੱਚੀ ਉੱਚੀ। क्योंकि बाइबल की लिखा, बढ़ती ना पूर्व से ना पश्चिम से ना जंगल से, यहोवा की ओर से आती है, एक को बढ़ाता दूसरे को घटाता। फिर ताड़ा कोई रोल नहीं। जे तुसी पास्टर हैं तो ताड़ा कोई रोल नहीं ਵਧਾਉਣ ਦਾ। जे तुसी बिजनेसमैन हैं ताड़ा कोई रोल नहीं। ਵਧਣਾ ਕਿਹਦੇ ਹੱਥ ਵਿੱਚ ਆ? ਉੱਚੀ ਬੋਲੋ, ਉੱਚੀ 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 ਉੱਚੀ। ਮੈਂ ਤੁਹਾਨੂੰ ਕੀ ਕਹਿ ਰਿਹਾ ਸੀ, ਜਦੋਂ ਤੁਸੀਂ ਚਰਚ ਜਾਣਾ ਸ਼ੁਰੂ ਕਰਦੇ, ਸ਼ੈਤਾਨ ਕੀ ਕਰਦਾ? ਜਿਹੜੇ ਲੋਕ ਚਰਚ ਨਹੀਂ ਜਾਂਦੇ ਉਹਨਾਂ ਨੂੰ ਕੀ ਕਰਦਾ? ਵਧਾਉਣਾ ਸ਼ੁਰੂ ਕਰ ਦਿੰਦਾ। ਤਾਂ ਪਰਮੇਸ਼ਰ ਨੇ ਵੀ ਕੀ ਲਿਖਾਇਆ? बढ़ती ना पूर्व से ना पश्चिम से,
ना जंगल से, यहोवा की ओर से आती है। वो एक को बढ़ाता और दूसरे को घटाता। फिर तुसी देखोगे फिर परमेश्वर की भी सामर्थ, जेड़े हाथ चुक चुक करते ना, लै इन्हां दा तो कुछ होया नहीं, वो डाउन जाणगे और तुसी अप जाओगे यीशु मसीह दे सामर्थी नाम विच। मैं क्या तुहाडे दुश्मनां दे मूंह शर्मिंदे होणगे यीशु मसीह दे सामर्थी नाम विच। मैं क्या तुसी उच्चे कीते जाओगे यीशु मसीह दे सामर्थी नाम विच। मैं क्या इतना वधोगे कि तुहाडी ग्रोथ नूं कोई रोक नहीं पाएगा यीशु मसीह दे सामर्थी नाम विच। परमानेंट पीढ़ियों पीढ़ी तुहाडी ग्रोथ होएगी यीशु मसीह दे सामर्थी नाम विच। तुहानूं समझना पएगा कि शैतान काम किद्दां करदा। बाइबल च लिखिया पौलुस रसूल परमेश्वर दा दास कहंदा उस ओदियां जुगतियां तो असीं अनजान नहीं। ते एक जुगती ओदी की आ, तुहाडे हार्ट नूं गंदगी ना भरना, तुहाडे दिल नूं किते ना भरना, गंदगी ना। गंदगी की? कड़वाहट लियाउणी, निराशा लियाउणी, चिंता लियाउणी, डर लैके आउणा, पास्ट पेन, पुरानी जिंदगी दी। हाँ उदों भी इदां ही होया सी। शैतान ने अटैक करके हाँ पिछले सालों नूं इदां ही हो गया सी। ਇਹ ਕੀ ਆ? ਪਾਸਟ ਪੇਨ। ਉਹ ਕੀ ਚਾਹੁੰਦਾ? ਹੁਣ ਤੁਸੀਂ ਆਪਣੇ ਮੂੰਹ ਤੋਂ ਜੀਵਤ ਕਰ ਦੋ, ਪਰ ਉਹਦੀ ਕੋਈ ਵੈਲਿਊ ਨਹੀਂ, ਉਹਦੀ ਕੋਈ ਤਾਕਤ ਨਹੀਂ। ਪਰ ਜਦੋਂ ਤੁਸੀਂ ਮੂੰਹ ਤੋਂ ਬੋਲ ਲਿਆ, ਪਹਿਲਾਂ ਵੀ ਇਦਾਂ ਹੀ ਹੋਇਆ ਸੀ, ਉਹਨੂੰ ਤੁਸੀਂ ਤਾਕਤ ਦੇ ਦੇਣੀ। ਉਹਦੇ ਅੰਦਰ ਕੋਈ ਤਾਕਤ ਨਹੀਂ, ਸ਼ੈਤਾਨ ਦੇ ਅੰਦਰ। ਬਾਈਬਲ 'ਚ ਲਿਖਿਆ ਪ੍ਰਭੂ ਯੀਸ਼ੂ ਮਸੀਹ ਨੇ ਕਲਵਰੀ ਕਰੂਸ ਉੱਪਰ ਮਰ ਕੇ तीसरे दिन मुर्दियां जी उठ के ओदा खुला तमाशा बनाया। ताडे और मेरे खिलाफ ओदे जीवन च कोई ओदे लई कोई ताकत नहीं, अथॉरिटी हैगी ओदे कोल। दूसरे लोग जिहड़े ओनू प्रभु यीशु मसीह नूं नहीं मानदे, उन्हां नूं ओह आशीषित करदा, पर आशीषित को कदी भी किसी नूं भी नहीं कर सकदा। एक टाइम आएगा तुहानूं लगेगा जिहड़ा बंदा नहीं चर्च जा रहा ओहदी तो बल्ले बल्ले हो रही। नो, शैतान कदी किसी नूं ब्लैस नहीं कर सकदा। और चराउंदा, घात करदा ते नाश करदा। तुसीं पिंडां शहरां च देखिया होएगा, एक कहावत आ कि तीजी पीढ़ी ते काम खत्म हो जांदा। हुंदा कि नहीं हुंदा? क्यों? पहली ते उन्हें चरा लेना, बंदे नूं बाहर भेजना, सारी उम्र उन्हें बाहर कढ देनी, 50 साल पैसा इकट्ठा कर लेना, चुरा ली ओहदी मैरिड लाइफ। दसो चराई कि नहीं चराई? उत्थे उन्हें पाप च जाना, पिछे ओहदी फैमिली भी पाप च। पहला चुरा रहा, फिर घात करना, फिर उन्हें घात एहो जे ओनू जख्म दे देने। तीजी तक आउंदे आउंदे पैसा भी खत्म, शांति भी खत्म, सारा कुछ खत्म। ऐदां हुंदा कि नहीं? ऐदां ही ऐदां हुंदा सारे। क्योंकि वह किसी नूं ब्लैस नहीं कर सकता, वह खुद नहीं आशीषित, तो दूसरे नूं किदां करेगा? नो नो। इसे करके निराश ना होवो कि जदों तुसीं चर्च जा रहे हैं, परमेश्वर तुहाडा और मेरा सामर्थी परमेश्वर आ। उहदा पहला वचन जदों उन्हें धरती बनाई, उहदे मूंह चों यही निकलिया कि वधो फुल्लो और धरती नूं उच्ची बोलो भर दो। कहंदा वधना तुहाडा काम आ, फुੱਲਣਾ तुहाडा काम आ, तो धरती नूं भरना किहदा काम आ? उच्ची बोलो, उच्ची उच्ची। वधना किहदा काम आ? उच्ची 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 बोलो। और फुੱਲਣਾ किहदा काम आ? भरना किहदा काम आ? साडा। उन्हें सारा कुछ करता, तो रोकदी किदां? जदों तुसीं शैतान नूं मौका दे देने, अपने दिल विच ओनू जगह दे के, अपने दिल विच ओनू जगह दे के, चिंता नाल, डिप्रैशन नाल, कड़वाहट नाल, नैगेटिव गल्लां नाल, ते ओही जो गल्लां तुहाडे दिल च हुंदियां तुहाडे मूंह च आउंदियां, ओनू मौका मिल जांदा। किन्ने जिन्हां नूं गल मेरी समझ आ रही? अपने हत्थां नूं उठाओ, बोलो परमेश्वर अज तो मैं चिंता नहीं करूं, डर विच नहीं रहूंगी। चिंता मेरे जीवन का हिस्सा नहीं, डर मेरे जीवन का हिस्सा नहीं, कड़वाहट मेरे जीवन का हिस्सा नहीं, चुगली मेरे जीवन का हिस्सा नहीं, निंदिया मेरे जीवन का हिस्सा नहीं, पास्ट पेन मेरे जीवन का हिस्सा नहीं।
ਕਿਸੇ ਦੀ ਵਿਰੋਧਤਾ ਮੇਰੇ ਜੀਵਨ ਦਾ ਹਿੱਸਾ ਨਹੀਂ, ਕੋਈ ਪਾਪ ਮੇਰੇ ਜੀਵਨ ਦਾ ਹਿੱਸਾ ਨਹੀਂ, ਬਲਕਿ ਹੋਲੀ ਸਪਿਰਿਟ ਮੇਰੇ ਜੀਵਨ ਦਾ ਹਿੱਸਾ, ਪਰਮੇਸ਼ਰ ਦਾ ਲਿਖਤ ਕਲਾਮ ਮੇਰੇ ਜੀਵਨ ਦਾ ਹਿੱਸਾ। ਅੱਜ ਤੋਂ ਮੈਂ ਆਪਣੇ ਜੀਵਨ 'ਚ ਸ਼ੈਤਾਨ ਨੂੰ ਮੌਕਾ ਨਹੀਂ ਦਊਂਗਾ। ਬੋਲੋ ਬੋਲੋ, ਸ਼ੈਤਾਨ ਨੂੰ ਮੌਕਾ ਨਹੀਂ ਦਊਂਗਾ। ਬੋਲੋ, ਸ਼ੈਤਾਨ ਨੂੰ ਮੌਕਾ ਨਹੀਂ ਦਊਂਗਾ। ਸ਼ੈਤਾਨ ਨੂੰ ਮੌਕਾ ਨਹੀਂ ਦਊਂਗਾ। ਸ਼ੈਤਾਨ ਨੂੰ ਮੌਕਾ ਨਹੀਂ ਦਊਂਗਾ। ਬੋਲੋ, ਸ਼ੈਤਾਨ ਨੂੰ ਮੌਕਾ ਨਹੀਂ ਦਊਂਗਾ। ਬੋਲੋ ਬੋਲੋ, ਸ਼ੈਤਾਨ ਨੂੰ ਮੌਕਾ ਨਹੀਂ ਦਊਂਗਾ। ਮੈਂ ਆਪਣੀਆਂ ਅੱਖਾਂ ਦੇ ਨਾਲ ਮੈਂ ਵਾਚਾ ਬੰਦਾ, ਮੈਂ ਕੋਈ ਬੁਰਾ ਨਹੀਂ ਦੇਖੂੰਗਾ, ਮੈਂ ਨਾ ਬੁਰਾ ਸੁਣੂੰਗਾ, ਔਰ ਆਪਣੇ ਦਿਲ ਵਿੱਚ ਬੁਰਾਈ ਨੂੰ ਜਗ੍ਹਾ ਨਹੀਂ ਦਊਂਗਾ, ਬੁਰਾਈ ਨੂੰ ਜਗ੍ਹਾ ਨਹੀਂ ਦਊਂਗਾ। ਸ਼ੈਤਾਨ ਨੂੰ ਮੌਕਾ ਨਹੀਂ ਦਊਂਗਾ, ਸ਼ੈਤਾਨ ਨੂੰ ਮੌਕਾ ਨਹੀਂ ਦਊਂਗਾ। ਔਰ ਮੈਂ ਜਾਣਦਾ ਪਰਮੇਸ਼ਰ ਨੇ ਸਾਰਾ ਕੁਝ ਮੇਰੇ ਜੀਵਨ ਵਿੱਚ ਪਹਿਲਾਂ ਹੀ ਕੀਤਾ ਹੈਗਾ। ਔਰ ਅੱਜ ਮੈਂ ਜਾਣ ਚੁੱਕਾ ਹਾਂ, ਮੇਰਾ ਵਧਣਾ ਮੇਰੇ ਹੱਥ ਵਿੱਚ ਆ, ਮੇਰਾ ਫੁੱਲਣਾ ਮੇਰੇ ਹੱਥ ਵਿੱਚ ਆ, ਔਰ ਧਰਤੀ ਨੂੰ ਭਰਨਾ ਮੇਰੇ ਹੱਥ ਵਿੱਚ ਆ। ਅੱਜ ਤੋਂ ਮੈਂ ਪਰਮੇਸ਼ਰ ਦੇ ਸਾਹਮਣੇ ਰੋਣੇ ਨਹੀਂ ਰਹੂੰਗਾ, ਬਲਕਿ ਮੈਂ ਆਪਣੇ ਹਾਰਟ ਨੂੰ ਚੈੱਕ ਕਰੂੰਗਾ। ਔਰ ਮੈਂ ਜਾਣਦਾ ਹਾਂ ਜਦ ਮੈਂ ਆਪਣੇ ਹਾਰਟ ਦੀ ਰੱਖਿਆ ਕਰੂੰਗਾ, ਉਹ ਜੀਵਨ ਦਾ ਮੇਨ ਸਰੋਤ ਆ। ਔਰ ਮੈਂ ਜਾਣਦਾ ਅੱਛਾ ਜੀਵਨ, ਬਹੁਤ ਆਏ ਦਾ ਜੀਵਨ ਮੇਰੇ ਜੀਵਨ ਦਾ ਹਿੱਸਾ ਹੋਣ ਜਾ ਰਿਹਾ। ਔਰ ਮੈਂ ਵੱਡੀਆਂ ਗਵਾਹੀਆਂ ਦੇ ਨਾਲ ਵਾਪਸ ਵੀ ਆ ਰਿਹਾ, ਆਪਣੇ ਮੁਹੱਲੇ ਵਿੱਚ, ਆਪਣੇ ਪਿੰਡ ਵਿੱਚ, ਆਪਣੇ ਸ਼ਹਿਰ ਵਿੱਚ ਵੱਡੀਆਂ ਗਵਾਹੀਆਂ ਲੋਕਾਂ ਲਈ, ਪਰਮੇਸ਼ਰ ਯਿਸੂ ਮਸੀਹ ਦੀ ਮਹਿਮਾ ਲਈ ਮੇਰੇ ਜੀਵਨ ਵਿੱਚ ਅੱਜ ਤੋਂ ਬਣਨ ਜਾ ਰਹੀਆਂ, ਬਣਨ ਜਾ ਰਹੀਆਂ, ਬਣਨ ਜਾ ਰਹੀਆਂ। ਬੋਲੋ ਬਣਨ ਜਾ ਰਹੀਆਂ, ਬੋਲੋ ਬਣਨ ਜਾ ਰਹੀਆਂ, ਬੋਲੋ ਬਣਨ ਜਾ ਰਹੀਆਂ। ਅੰਗੀਕਾਰ ਕਰੋ, ਬਣਨ ਜਾ ਰਹੀਆਂ। ਰੱਬ ਦਾ ਲਖਰੇ ਬੇਸ਼ਕਾ ਤਕਾਲਾ ਬਦਾ ਲਖਰੇ ਬੇਬੇ। ਬੋਲੋ 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 ਬੋਲੋ, ਵੱਡੀਆਂ ਗਵਾਹੀਆਂ ਬਣ ਜਾ ਰਹੀਆਂ। ਆਪਣੇ ਮੂੰਹ ਨੂੰ ਖੋਲੋ, ਮੂੰਹ ਨੂੰ ਖੋਲੋ, ਮੂੰਹ ਨੂੰ ਖੋਲੋ, ਮੂੰਹ ਨੂੰ ਖੋਲੋ। ਮੈਂ ਕਹਿ ਰਿਹਾ, ਮੈਂ ਕਹਿ ਰਿਹਾ, ਆਪਣੇ ਮੂੰਹ ਨੂੰ ਖੋਲੋ, ਆਪਣੇ ਮੂੰਹ ਨੂੰ ਖੋਲੋ, ਆਪਣੇ ਮੂੰਹ ਨੂੰ ਖੋਲੋ। ਬੋਲੋ, ਮੇਰੇ ਜੀਵਨ 'ਚ ਵੱਡੀਆਂ ਗਵਾਹੀਆਂ ਬਣ ਜਾ ਰਹੀਆਂ, ਮੇਰੇ ਜੀਵਨ 'ਚ ਵੱਡੀਆਂ ਗਵਾਹੀਆਂ ਬਣ ਜਾ ਰਹੀਆਂ। ਮੈਂ ਕਹਿ ਰਿਹਾ, ਆਪਣੇ ਮੂੰਹ ਨੂੰ ਖੋਲੋ, ਮੂੰਹ ਨੂੰ ਖੋਲੋ, ਮੂੰਹ ਨੂੰ ਖੋਲੋ, ਮੂੰਹ ਨੂੰ ਖੋਲੋ। ਇਹ ਪਵਿੱਤਰ ਆਤਮਾ ਦੀ ਮਰਜ਼ੀ ਆ। ਬੋਲੋ, ਵੱਡੀਆਂ ਗਵਾਹੀਆਂ ਬਣ ਜਾ ਰਹੀਆਂ, ਵੱਡੀਆਂ ਗਵਾਹੀਆਂ ਬਣ ਜਾ ਰਹੀਆਂ, ਵੱਡੀਆਂ ਗਵਾਹੀਆਂ ਬਣ ਜਾ ਰਹੀਆਂ, ਵੱਡੀਆਂ ਗਵਾਹੀਆਂ ਬਣ ਜਾ ਰਹੀਆਂ। ਔਰ ਲੋਕ ਹੈਰਾਨ ਹੋਣ ਜਾ ਰਹੇ ਆ ਮੇਰੀ ਆਸ਼ੀਸ਼ ਨੂੰ ਦੇਖ ਕੇ, ਮੇਰੀ ਗਰੋਥ ਨੂੰ ਦੇਖ ਕੇ, ਮੇਰੇ ਵਾਅਦੇ ਨੂੰ ਦੇਖ ਕੇ, ਮੇਰੀ ਫਲਾਵਟ ਨੂੰ ਦੇਖ ਕੇ, ਔਰ ਮੇਰੀ ਭਰਪੂਰੀ ਨੂੰ ਦੇਖ ਕੇ ਲੋਕ ਹੈਰਾਨ ਹੋਣ ਜਾ ਰਹੇ ਆ। ਬੋਲੋ, ਹੈਰਾਨ ਹੋਣ ਜਾ ਰਹੇ ਆ। ਔਰ ਮੇਰਾ ਪਿਤਾ परमेश्वर जिन्हें अपने वचन से लिखाया कि बढ़ती ना पूर्व से ना पश्चिम से, यह हवा की ओर से आती है, वो एक को गड़ाता और दूसरे को बढ़ाता। और मैं जानता हूँ मैं अब घटने नहीं जा रहा, बल्कि बढ़ने जा रहा हूँ। बोलो, बढ़ने जा रहा हूँ। अपनी जिंदगी के हर एरिए में बढ़ने जा रहा हूँ, बढ़ने जा रहा हूँ। अपनी आत्मिक लाइफ में बढ़ने जा रहा हूँ। मैं फाइनेंस में बढ़ने जा रहा हूँ, अपने परिवार में बढ़ने जा रहा हूँ, अपनी सेहत में बढ़ने जा रहा हूँ, अपने आनंद में बढ़ने जा रहा हूँ। बढ़ोतरी मेरे जीवन का हिस्सा है। बोलो, बढ़ोतरी मेरे जीवन का हिस्सा है। ग्रोथ मेरे जीवन का हिस्सा है। ग्रोथ मेरे जीवन का हिस्सा है। और मैं बढ़ने जा रहा हूँ, मैं अनलिमिटेड बढ़ने जा रहा हूँ। बोलो 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 बोलो, मैं अनलिमिटेड बढ़ने जा रहा हूँ, मैं अनलिमिटेड बढ़ने जा रहा हूँ, मैं अनलिमिटेड बढ़ने जा रहा हूँ, मैं अनलिमिटेड बढ़ने जा रहा हूँ। मैं परमेश्वर के कामों में बढ़ने जा रहा हूँ, मैं अपने बीज में बढ़ने जा रहा हूँ, मैं अपने ताइट में बढ़ने जा रहा हूँ, मैं अपनी प्रार्थना में बढ़ने जा रहा हूँ, मैं बाइबल रीडिंग में बढ़ने जा रहा हूँ, मैं अभिषेक में बढ़ने जा रहा हूँ। बोलो, जिंदगी के हर एरिया में बढ़ने जा रहा हूँ। बोलो बोलो बोलो, मैं बढ़ने जा रहा हूँ। बोलो बोलो, बढ़ने जा रहा हूँ मैं। अपने मुंह को खोलो और बोलो, बोलो बोलो, ये पवित्र आत्मा की मर्जी है। बोलो, मैं बढ़ने जा रहा हूँ, मैं बढ़ने जा रहा हूँ। बोलो, मैं बढ़ने जा रहा हूँ,
मैं जिंदगी के हर एरिया में जितना परमेश्वर मुझे बढ़ाना चाहता है उतना मैं बढ़ने जा रहा हूँ, बढ़ने जा रहा हूँ, बढ़ने जा रहा हूँ, बढ़ने जा रहा हूँ, बढ़ने जा रहा हूँ। बोलो मैं बढ़ने जा रहा हूँ, अनलिमिटेड बढ़ने जा रहा हूँ, यीशु मसीह के अनुग्रह से बढ़ने जा रहा हूँ, बढ़ने जा रहा हूँ, बढ़ने जा रहा हूँ, मैं बढ़ने जा रहा हूँ। बोलो मैं बढ़ने जा रहा हूँ, बढ़ने जा रहा हूँ। यीशु मसीह के सामर्थी नाम में मांगते सब बोलो आमीन। किने जने खुश आ और सचमुच 100% अपने घरां च देख लियो तुसी वतन जा रहे हैं यीशु मसीह के सामर्थी नाम च। और ये वादा ओ होएगा कि शैतान हुण रोक नहीं पाएगा। तानू समझ लग गई कि शैतान किदां वादा रोकदा सी। माइक लेके आओ, माइक लेके आओ, माइक। दो भैणा कोई भी आओ, दौड़ के आओ, दौड़ के कोई तू आ, एक होर आओ, दो आ जाओ। तानू वचन चो की समझ लगी की सी ਤੁਹਾਡੇ ਅੰਦਰ ਇਦਾਂ ਦਾ ਕਿ ਜਿਹੜੀ ਤੁਹਾਡੀ ਗਰੋਥ ਨੂੰ ਰੋਕ ਰਿਹਾ ਸੀ? ਸਿੱਧਾ ਕਿ ਪ੍ਰੋਪਰ ਜੀ ਮੇਰੀ ਜ਼ੁਬਾਨ ਤੇ ਕਈ ਵੇਲੇ ਜਿੱਦਾਂ ਸਾਡੀ ਆਪਸ 'ਚ ਲੜਾਈ ਹੋ ਜਾਂਦੀ ਸੀ। ਪਹਿਲਾਂ ਹਾਰਟ 'ਚ ਚੱਲਦਾ ਸੀ, ਹਾਂਜੀ, ਫਿਰ ਜ਼ੁਬਾਨ ਤੇ ਆਉਂਦਾ ਸੀ। ਹਾਂਜੀ, ਅੱਜ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੀ ਗਰੋਥ ਕਿੱਥੇ ਰੁਕੀ ਸੀ। ਹਾਂਜੀ, ਪਹਿਲਾਂ ਹਾਰਟ 'ਚ ਚੱਲਿਆ, ਇਦਾਂ ਕਿ ਹੋਣਾ, ਇਦਾਂ ਨਾ, ਹਾਂਜੀ, ਫਿਰ ਤੁਸੀਂ ਉਹਦੇ ਤੇ ਮੰਨਣ ਕਰ ਲੈ ਪੈਣਾ। ਜਿਸ ਚੀਜ਼ ਤੇ ਆਪਾਂ ਮੈਡੀਟੇਟ ਕਰਦੇ ਹਾਂ ਉਹ ਚੀਜ਼, ਮੈਡੀਟੇਟ ਦਾ ਕੀ ਮਤਲਬ ਹੁੰਦਾ? ਖਾਣਾ। ਮੈਡੀਟੇਟ ਦਾ ਕੀ ਮਤਲਬ? ਖਾਣਾ। ਜਿਹੜੀ ਚੀਜ਼ ਨੂੰ ਤੁਸੀਂ ਮੈਡੀਟੇਟ ਕਰਦੇ ਖਾਂਦੇ ਆ ਉਹਦੀ ਤਾਕਤ ਤੁਹਾਡੇ ਅੰਦਰ ਆਂਦੀ। ਉਹਦੀ ਤਾਕਤ ਕਿਹਦੇ ਅੰਦਰ ਆਂਦੀ? ਤੁਹਾਡੇ ਅੰਦਰ। ਜੇ ਤੁਸੀਂ ਨੈਗੇਟਿਵ ਗੱਲਾਂ ਨੂੰ, ਮੰਨ ਲਓ ਤੁਸੀਂ ਆਪਣੇ ਪਤੀ ਦੇ ਖਿਲਾਫ ਕੋਈ ਗੱਲ ਤੁਹਾਡੇ ਅੰਦਰ ਚੱਲੇ, ਤੁਸੀਂ ਖਾ ਰਹੇ ਹੋ, ਉਹੀ ਗੱਲ ਤੁਹਾਡੇ ਖੂਨ 'ਚ ਚਲ ਜਾਣੀ, ਚੰਗਾ ਨਹੀਂ, ਇਹ ਨਹੀਂ ਕੁਝ ਕਰਦਾ, ਕੁਝ ਨਹੀਂ ਕਰਦਾ, ਇਦਾਂ। ਇਹਦਾ ਮਤਲਬ ਉਹਦੀ ਤਾਕਤ ਤੁਹਾਡੇ ਅੰਦਰ ਚਲ ਗਈ, ਰਾਈਟ? ਉਹੀ ਗੱਲ ਤੁਹਾਡੇ ਜੀਭ ਤੇ ਆਣੀ, ਉਹ ਗੱਲ ਜੀਭ ਤੇ ਆਏਗੀ, ਤੁਸੀਂ ਆਪਣੇ ਹਸਬੰਡ ਨੂੰ ਮਾੜਾ ਚੰਗਾ ਕਹੋਗੀਆਂ, ਰਾਈਟ? ਸ਼ੈਤਾਨ ਨੂੰ ਮੌਕਾ ਮਿਲ ਜਾਣਾ। ਇਹਦੇ ਨਾਲ ਕੀ ਹੋਏਗਾ? ਤੁਹਾਡੀ ਗਰੋਥ ਰੁਕ ਜੂਗੀ। ਇਹਦੇ ਨਾਲ ਤੁਹਾਡੀ ਕੀ ਹੋ ਜਾਣੀ? ਗਰੋਥ ਰੁਕਣੀ। ਇਸੇ ਕਰਕੇ ਕਿਸੇ ਵੀ ਨੈਗੇਟਿਵ ਵਰਡ ਨੂੰ, ਬੁਰੀ ਚੀਜ਼ ਨੂੰ, ਪਹਿਲੀ ਗੱਲ ਤਾਂ ਵੇਖੋ ਨਾ, ਔਰ ਦੂਸਰੀ ਗੱਲ ਜੇ ਵੇਖਿਆ ਗਿਆ ਉਹਨੂੰ ਕਲੀਅਰ ਕਰ ਦਿਓ ਆਪਣੇ ਹਾਰਟ 'ਚ, ਉਹਨੂੰ ਖਤਮ ਕਰ ਦਿਓ। ਉਸੇ ਵੇਲੇ ਕਹੋ ਪ੍ਰਭੂ ਮੈਂ ਬੁਰਾ ਦੇਖਿਆ ਗਿਆ, ਮੈਨੂੰ क्षमा ਕਰ। ਯੀਸ਼ੂ ਮਸੀਹ ਦੇ ਲਹੂ ਨਾਲ ਉਹਨੂੰ ਖਤਮ ਕਰ ਦਿਓ। ਤੇ ਜੇ ਤੁਹਾਨੂੰ ਬੁਰਾ ਦੇਖਿਆ ਗਿਆ, ਮੰਨ ਲਓ ਆ ਮੁੰਡੇ ਆ, ਜੇ ਕਿਸੇ ਕੁੜੀ ਨੂੰ ਤੁਸੀਂ ਜਾਂਦੇ ਜਾਂਦੇ ਮੋਟਰਸਾਈਕਲ ਤੇ ਤੁਸੀਂ ਜਾ ਰਹੇ, ਪਿੱਛੇ ਕੁੜੀ ਵੀ ਜਾ ਰਹੀ, ਉਦਾਂ ਹੀ ਕਿਸੇ ਦਾ ਕੱਪੜਾ ਉੱਡ ਗਿਆ, ਤੁਸੀਂ ਕੋਈ ਉਹਦਾ ਅੰਗ ਦੇਖ ਲਿਆ ਤੇ ਤੁਸੀਂ ਉਹਦੇ ਤੇ ਮੈਡੀਟੇਟ ਕਰ ਰਹੇ, ਉਹਨੂੰ ਬਾਰ-ਬਾਰ ਆਪਣੇ ਮਨ 'ਚ ਪਿਕਚਰ ਬਣਾ ਰਹੇ, ਪਾਪ ਤੁਹਾਡੇ ਹਾਰਟ 'ਚ ਜਾ ਰਿਹਾ। ਫਿਰ ਵਿਭਿਆਚਾਰ ਦੀ ਦੁਸ਼ਟ ਆਤਮਾ ਕਿੱਥੇ ਆਏਗੀ? ਤੁਹਾਡੇ ਦਿਲ 'ਚ। ਉਹ ਫਿਰ ਤੁਹਾਡੇ ਕੋਲ ਪਾਪ ਕਰਾਏਗੀ। ਉਸੇ ਵੇਲੇ 2 ਮਿੰਟ ਰੁਕੋ, ਕਹੋ ਪ੍ਰਭੂ ਯੀਸ਼ੂ ਮੈਂ ਗਲਤ ਵੇਖਿਆ ਗਿਆ, ਮੈਂ ਵੇਖਣਾ ਨਹੀਂ ਚਾਹੁੰਦਾ, ਮੈਨੂੰ ਮਾਫ ਕਰ ਔਰ ਤੇਰੇ ਲਹੂ ਦੇ ਨਾਲ ਮੇਰੇ ਦਿਲ 'ਚੋਂ ਸਾਫ਼ ਕਰ ਦਾਂ। ਜਦੋਂ ਤੁਸੀਂ ਇਹ ਪ੍ਰਾਰਥਨਾ ਕਰੋਗੇ ਉਹ ਪਿਕਚਰ ਤੁਹਾਡੇ ਖਤਮ ਹੋ ਜੂਗੀ, ਉਹ ਪਿਕਚਰ ਖਤਮ ਹੋ ਜੂ ਤੇ ਤੁਹਾਡੇ ਦਿਲ ਵਿੱਚ ਪਾਪ ਨੂੰ ਜਗ੍ਹਾ ਨਹੀਂ ਮਿਲੇਗੀ। ਕਿੰਨੇ ਜਣਿਆਂ ਨੂੰ ਮੇਰੀ ਗੱਲ ਸਮਝ ਲੱਗੀ? ਤੇ ਜੇ ਪਾਪ ਨੂੰ ਜਗ੍ਹਾ ਨਹੀਂ ਮਿਲੂਗੀ ਤੇ ਸ਼ੈਤਾਨ ਨੂੰ ਜਗ੍ਹਾ ਨਹੀਂ ਮਿਲੂਗੀ, ਰਾਈਟ? ਜੇ ਸ਼ੈਤਾਨ ਨੂੰ ਜਗ੍ਹਾ ਨਹੀਂ ਮਿਲੇਗੀ ਤਾਂ ਤੁਹਾਡੇ ਜੀਵਨ ਦੀ ਗਰੋਥ ਨਹੀਂ ਰੁਕੇਗੀ, ਕਿਉਂਕਿ ਸ਼ੈਤਾਨ ਕੀ ਹੁੰਦਾ? ਚੁਰਾਉਂਦਾ, ਘਾਤ ਕਰਦਾ ਤੇ ਨਾਸ ਕਰਦਾ। ਤੇ ਤੁਹਾਨੂੰ ਆਪਣੇ ਦਿਲ ਨੂੰ ਗਾਰਡ ਕਰਨਾ ਪੈਂਦਾ, ਦਿਲ ਦੀ ਰੱਖਿਆ ਕਰਨੀ ਪੈਂਦੀ। ਇਸੇ ਕਰਕੇ पवित्र बाइबल में लिखा सबसे अधिक अपने मन की, अपने हार्ट की रक्षा कर। जीवन का मेन स्रोत ये है कि जीवन जे तू चाहना वधिया जीवन, ताड़ी मैरिड लाइफ वधिया होए,
ਤੁਹਾਡਾ ਬਿਜ਼ਨਸ ਵਧੀਆ ਹੋਏ, ਤੁਹਾਡਾ ਫਾਈਨੈਂਸ ਵਧੀਆ ਹੋਏ, ਤਾਂ ਤੁਹਾਨੂੰ ਆਪਣੇ ਦਿਲ ਤੇ ਕੰਟਰੋਲ ਕਰਨਾ ਪੈਣਾ। ਤੇ ਜੇ ਤੁਸੀਂ ਦਿਲ ਤੇ ਕੰਟਰੋਲ ਨਾ ਕੀਤਾ, ਤੇ ਜੇ ਪਤੀ ਆ ਆਪਣੀ ਪਤਨੀ ਦੇ ਖਿਲਾਫ ਦਿਲ ਸਾਰਾ ਦਿਨ ਸੋਚੀ ਜਾ ਰਿਹਾ, ਮੇਰੀ ਘਰ ਵਾਲੀ ਏਦਾਂ ਵਾ, ਏਦਾਂ ਵਾ, ਏਦਾਂ ਆ, ਇਹਦਾ ਕੀ ਮਤਲਬ? ਉਹ ਗੱਲ ਨੂੰ ਖਾ ਰਿਹਾ ਤੇ ਉਹ ਗੱਲ ਨੂੰ ਪਚਾ ਰਿਹਾ, ਉਹੀ ਗੱਲ ਉਹਦੇ ਖੂਨ 'ਚ ਜਾ ਰਹੀ। ਫਿਰ ਉਹ ਘਰ ਜਾਏਗਾ, ਕਲੇਸ਼ ਕਰੇਗਾ, ਤੇ ਫਿਰ ਨੌਬਤ ਕਿੱਥੋਂ ਤੱਕ ਆਏਗੀ? ਤਲਾਕ ਤੱਕ। ਫਿਰ ਘਰ ਦੇ ਵੀ ਕਹਿਣਗੇ ਛੱਡ ਦੇ ਇਹਨੂੰ, ਕੱਢ ਦੇ, ਤੇ ਦੂਜੀ ਦੇਖੂਗੇ, ਤਾਂ ਦੂਜੀ ਕਿੱਥੋਂ ਸਵਰਗ 'ਚ ਆਉਣੀ? ਦੂਜੀ ਵੀ ਤੇ ਇਸੇ ਧਰਤੀ ਦੀ ਹੋਣੀ। ਪ੍ਰੋਬਲਮ ਕਿੱਥੇ ਆ? ਤੁਹਾਡੇ ਹਾਰਟ 'ਚ। ਪ੍ਰੋਬਲਮ ਕਿੱਥੇ ਆ? ਉੱਚੀ ਬੋਲੋ। ਹਾਰਟ 'ਚ। ਕਿਉਂਕਿ ਤੁਸੀਂ ਉਹ ਗਲਤ ਸ਼ਬਦਾਂ ਨੂੰ ਲਿਆ ਆਪਣੇ ਹਾਰਟ ਵਿੱਚ, ਉਹਨੂੰ ਘੁਮਾਈ ਗਏ, ਉਹਦੇ ਤੇ ਮੈਡੀਟੇਟ ਕੀਤਾ, ਉਹਦੇ ਤੇ ਫੋਕਸ ਕੀਤਾ, ਤੇ ਉਹ ਮਾੜੀ ਗੱਲ ਤੁਹਾਡੇ ਜ਼ੁਬਾਨ ਤੇ ਆ ਗਈ, ਤੇ ਫਿਰ ਤੁਹਾਡੇ ਘਰ ਟੁੱਟ ਗਏ। ਹਾਂਜੀ, ਤੁਸੀਂ ਨੈਕਸਟ ਸਿਸਟਰ। ਜੈ ਮਸੀਹ ਦੀ ਸਾਰਿਆਂ ਨੂੰ। ਜੈ ਮਸੀਹ ਦੀ। ਜੀ ਮੇਰੇ ਜਿੱਦਾਂ ਮੰਮੀ ਹੁਣੀ ਆ, ਹਾਂਜੀ। ਸੱਸ ਮੇਰੇ, ਹਾਂਜੀ, ਉਹ ਬਿਮਾਰ ਰਹਿੰਦੇ ਸੀ ਥੋੜੇ ਦਿਨਾਂ ਤੋਂ, 4-5 ਦਿਨ ਹੋ ਗਏ। ਮੈਂ ਤੁਹਾਨੂੰ ਕਿਹਾ ਇਸ ਵਚਨ ਚੋਂ ਤੁਹਾਨੂੰ ਕੀ ਸਮਝ ਲੱਗੀ? ਅੱਜ ਜਿੰਨਾ ਕੋ ਮੈਂ ਪੰਜਾਬੀ 'ਚ ਸੁਣਾਇਆ ਤੁਸੀਂ। ਹਾਂਜੀ, ਜਿੱਦਾਂ ਮੇਰੇ ਘਰ ਵਾਲੇ, ਸਾਡੀ ਬਹੁਤ ਲੜਾਈ ਰਹਿੰਦੀ ਸੀ ਇੱਕ ਦੂਜੇ ਨਾਲ। ਅੱਜ ਪਤਾ ਲੱਗਿਆ ਕਿਉਂ ਰਹਿੰਦੀ ਸੀ? ਹਾਂਜੀ, 2 ਸਾਲ ਹੋ ਗਏ ਮੇਰੇ ਵਿਆਹ ਹੋਏ ਨੇ, ਅਸੀਂ ਲੜਦੇ ਹੀ ਰਹਿੰਦੇ ਹੁੰਦੇ ਸੀ। ਹਰ ਵੇਲੇ ਕਹਿਣਾ ਤੂੰ ਮਰ ਜਾ, ਮੈਂ ਮਰ ਜਾਵਾਂ, ਏਦਾਂ ਸੀ। ਕਈ ਵੇਲੇ ਤਾਂ ਏਦਾਂ ਹੁੰਦੀ, ਤਲਾਕ ਤੱਕ ਦੀ ਗੱਲ ਪਹੁੰਚ ਜਾਂਦੀ ਸੀ ਸਾਡੀ। ਅੱਜ ਸਮਝ ਲੱਗਿਆ ਅੱਜ ਕਿੱਦਾਂ ਅੱਗੇ ਤੋਂ ਚੱਲਣਾ। ਹਾਂਜੀ ਹਾਂਜੀ। ਅੱਜ ਤੋਂ ਬਾਅਦ ਕਦੀ ਵੀ ਗਲਤ ਗੱਲਾਂ ਨੂੰ ਦਿਲ ਵਿੱਚ ਜਗ੍ਹਾ ਨਹੀਂ ਦੇਣੀ। ਉਸੇ ਵੇਲੇ ਜੇ ਆ ਵੀ ਆਏ, ਉਹਨੂੰ ਮਾਫ ਕਰ ਦੇਣਾ ਘਰ ਵਾਲੇ ਨੂੰ, ਔਰ ਉਹਨੂੰ ਕੀ ਆਪਣੇ ਦਿਲ 'ਚ ਕੀ ਕਹਿਣਾ? ਥੈਂਕ ਯੂ ਜੀਸਸ, ਤੇਰਾ ਧੰਨਵਾਦ ਪ੍ਰਭੂ, ਜੋ ਵੀ ਘਰ ਵਾਲਾ ਦਿੱਤਾ। ਜਦੋਂ ਤੁਸੀਂ ਕਹੋਗੇ ਉਹੀ ਘਰ ਵਾਲਾ ਵਧੀਆ ਹੋਏਗਾ, ਔਰ ਤੁਸੀਂ ਗਵਾਹੀ ਦਵੋਗੇ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਮੇਰੇ ਪੁੱਛਣ ਦਾ ਮਤਲਬ ਕੀ ਆ? ਜੋ ਮੈਂ ਤੁਹਾਨੂੰ ਸਿਖਾਇਆ ਤੁਹਾਡੇ ਜੀਵਨ 'ਚ ਤੁਹਾਨੂੰ ਸਮਝ ਆਏ।